वाहिगुरु जी का खालसा वाहिगुरु जी की फतेह। शब्दाय अवतार पार ब्रह्म परमेश्वर धन धन श्री गुरु ग्रंथ साहिब जियां की पावन हजूरी विच बड़े ही सत्कार सहित शाम के दीवाना विच आप जी जुड़ बैठे हो। आओ जिन्ना भी समा प्राप्त होया गुरु प्रेम दे विच सफला बनाइए। सतगुरां दी पावन जीवन कथा दे विचों आप जी ने सरवण कीता सी। धन धन साहिब श्री गुरु नानक देव जी महाराज जिन्हां ने घर दे वेड़े दे विच सस सहुरे दे ताई अमृत बचन उचारण कीता। सतगुरां दे बचनां नूं सुन के मूलचंद जी भड़क गए। गुस्से विच बड़ी मंदी शब्दावली बोली है। रुदर कठन मेने मारे जो बोलने वाले शब्दों की इम्तिहान हुई फिर सतगुरां दे भैण जी अगे आके बेनती करते हैं तुसीं इन्ने माड़े शब्द ना वरतो। मेरा वीर कोई संसारी व्यक्ति या पुरुष नहीं है, कृपा करके इन्हां नूं समझो। जदों बेबे नानकी जी ये वचन कह रहे थे उस वेले समय के नवाब दौलत खान ने 760 दे विचों 380 का अध जयराम जी के पास भेजे है। इन्हां सारे प्रकरणों को आप जी ने बड़े विस्तार से सरवण किया। आओ कुछ समा मनगत व्यक्तियों को एकाग्रचित बनाइए। पाओ प्रेम की सांझ बख्शो आसीस। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा दौलत खान नरेश तन भेज दयो तिह काल। असी अधिक पुन कीन सै आने निकट गोपाल। सतगुरां दे पावन जीवन की वार्ता महान महापुरख भाई बाला जी गुरु अंगद देव पातशाह जी को सुना रहे हैं। आखने लगे साहिब जीओ जिस वेले सतगुरां दे सोहरा मूल चंद ते सस चंदो रानी अपने दिल के जज्बातां नूं गुस्से दे ताई सतगुरां दे सन्मुख रख रहे। उन्हां तो जिन्ना माड़ा बोलिया गया दुनियावी पद्धर ते उन्हां बोलिया। भैण नानकी जी के रोकण तो बाद बोलण तो बाद थोड़ा जिहा ठरमा आया, थोड़े जे शांत हुए ने। इन्ने नूं जयराम जियां दे पास एक सिपाही आया, उन्हें 380 जो 760 का अध है लिया करके सौंप दिते। जयराम जी ने वो माया मूलचंद जी को विखाई। जा करके
ਗੁਰੂ ਨਾਨਕ ਸਾਹਿਬ ਜੀਆਂ ਦੇ ਧਰਮ ਪਤਨੀ ਸਾਡੇ ਮਾਤਾ ਸੁਲੱਖਣੀ ਜੀ ਦੇ ਤਾਂ ਹੀ ਸੌਂਪ ਦਿੱਤੀ ਹੈ। ਹੁਣ ਉਸ ਵੇਲੇ ਦਾ 380 ਕੋਈ ਥੋੜੀ ਰਕਮ ਨਹੀਂ ਹੈ, ਬਹੁਤ ਵੱਡੀ ਰਕਮ ਹੈ। ਇਹ ਸਭ ਦ੍ਰਿਸ਼ ਵੇਖ ਕਰਕੇ ਮੂਲ ਚੰਦ ਜੀ ਦੇ ਮਨ ਨੂੰ ਥੋੜਾ ਜਿਹਾ ਧਰਵਾਸਾ ਹੋਇਆ, ਥੋੜਾ ਜਿਹਾ ਸਹਾਰਾ ਮਿਲਿਆ ਏ। ਚੌਪਈ ਲੀਨ ਜਰਾਮ ਹੱਥ ਸੋਦਰਬ ਜਾਏ ਸੁਲੱਖਣੀ ਢਿਗ ਦਿਆ ਸਰਬ। ਜਿਸ ਵੇਲੇ ਮਾਤਾ ਸੁਲੱਖਣੀ ਜੀ ਨੇ ਮਾਇਆ ਨੂੰ ਪ੍ਰਾਪਤ ਕੀਤਾ ਹੈ, ਮਨ ਨੂੰ ਥੋੜੀ ਖੁਸ਼ੀ ਹੋਈ ਵੀ ਚਲੋ ਘਰ ਪਰਿਵਾਰ ਬੱਚਿਆਂ ਦੇ ਲਈ ਤੇ ਕੁਛ ਆਇਆ। ਹੁਣ ਪਰਿਵਾਰ ਵਾਸਤੇ ਮਾਇਆ ਦੀ ਜ਼ਰੂਰਤ ਹੈ, ਲੋੜ ਤੋਂ ਵੱਧ ਕੇ ਮਾਇਆ ਜ਼ਹਿਰ ਹੈ, ਪਰ ਜ਼ਰੂਰਤ ਦੇ ਲਈ ਤੇ ਮਾਇਆ ਬਹੁਤ ਜ਼ਰੂਰੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਸਾਰੇ ਹਾਲਾਤਾਂ ਨੂੰ ਵੇਖ ਕੇ ਵੀ ਬੇਪਰਵਾਹ ਨੇ, ਨਾ ਕਿਸੇ ਨੂੰ ਕੁਝ ਕਿਹਾ ਨਾ ਕੋਈ ਸੁਣੀ ਹੈ। ਪਰ ਸਤਿਗੁਰਾਂ ਦੇ ਸਹੁਰਾ ਸਾਹਿਬ ਇਹ ਚਾਹੁੰਦੇ ਆ ਵੀ 380 ਜੋ ਨਵਾਬ ਕੋਲ ਬਚੇ ਆ ਉਹ ਵੀ ਹੋਣੇ ਚਾਹੀਦੇ। ਲੜਾਈ ਇਸੇ ਗੱਲ ਦੀ ਹੈ ਵੀ ਇੱਕ ਤੇ ਸਾਡਾ ਜਵਾਈ ਫਕੀਰ ਬਣਿਆ ਫਿਰਦਾ ਹੈ ਸ਼ਮਸ਼ਾਨਾਂ ਦੇ ਵਿੱਚ, ਕਬਰਸਤਾਨਾਂ ਦੇ ਵਿੱਚ, ਕਦੇ ਜੰਗਲਾਂ 'ਚ ਚੌਂਕੜਾ ਲਾ ਲੈਂਦਾ ਹੈ। ਚੱਲ ਕੋਈ ਨਹੀਂ, ਇੱਕ ਦਿਨ ਆਪੇ ਸਮਝ ਆ ਜੂ, ਇੱਕ ਦਿਨ ਆਪੇ ਘਰੇ ਆ ਜੂ, ਪਰ ਘਰ ਵਿੱਚ ਤੇ ਕੋਈ ਚਾਹੀਦਾ ਨਾ। ਘਰ ਦੇ ਜਿੰਨੇ ਪਦਾਰਥ ਨੇ ਉਹਨਾਂ ਦੀ ਜ਼ਰੂਰਤ ਹੈ। ਹੁਣ ਗੁਰੂ ਚੰਦ ਥੋੜਾ ਜਿਹਾ ਸੰਕੋਚ ਕਰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਕੇ ਅੰਦਰੋਂ ਅੰਦਰ ਮੁਸਕਰਾਉਂਦੇ ਨੇ ਵੀ ਰੌਲਾ ਸਾਰਾ ਮਾਇਆ ਦਾ ਹੀ ਆਖੋ ਸਤਿਨਾਮ ਕਲੇਸ਼ਤਾ ਦਾ ਜੀ। ਮੂਲ ਚੰਦ ਸੱਸ ਚੰਦੋ ਰਾਣੀ ਦਾ ਰੌਲਾ ਤੇ ਇਸੇ ਗੱਲ ਦਾ ਨਾ ਵੀ ਮੋਦੀ ਖਾਨਾ ਛੱਡਦਾ, ਕੋਈ ਕਮਾਈ ਦਾ ਸਾਧਨ ਨਹੀਂ, ਐਦਾਂ ਘਰ ਪਰਿਵਾਰ ਗ੍ਰਸਤੀ ਨਹੀਂ ਚੱਲਦੀ। ਪਰ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਵੇਖਦੇ ਰਹੇ ਤੇ ਸਾਨੂੰ ਵਿਖਾ ਰਹੇ ਨੇ ਪਰਿਵਾਰ ਕਿਸੇ ਦਾ ਵੀ ਹੋਵੇ, ਮੈਟਰ ਨਹੀਂ ਕਰਦਾ ਵੀ ਇਹ ਪਰਿਵਾਰ ਗੁਰੂ ਸਾਹਿਬ ਦਾ ਹੈ ਜਾਂ ਕਿਸੇ ਸੰਸਾਰੀ ਬੰਦੇ ਦਾ ਹੈ। ਚੋਜ ਵਰਤਾ ਕੇ ਮਰਦ ਨੇ ਵਿਖਾਇਆ ਧਾਰਮਿਕ ਲੋਕਾਂ ਦੇ, ਧਾਰਮਿਕ ਬਿਰਤੀ ਵਾਲਿਆਂ ਨਾਲ ਜਿਨ੍ਹਾਂ ਦੇ ਰਿਸ਼ਤੇ ਜੁੜੇ ਆ, ਕਈ ਵਾਰ ਉਹਨਾਂ ਦੇ ਵਿੱਚ ਵੀ ਕਮੀਆਂ ਹੁੰਦੀਆਂ ਨੇ। ਤੁਸੀਂ ਕਹੋਗੇ ਕੀ ਹੈ? ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਪ੍ਰੀਤੀ ਚੰਦ, ਜਿਨ੍ਹਾਂ ਦੇ ਪਿਤਾ ਗੁਰੂ ਰਾਮਦਾਸ ਨੇ, ਜਿਨ੍ਹਾਂ ਦੇ ਭਰਾ ਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਦੇ ਭਤੀਜੇ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਪ੍ਰੀਤੀ ਚੰਦ ਜੀ ਦਾ ਰੋਲ ਕੀ ਹੈ ਸਾਰੀ ਦੁਨੀਆ ਜਾਣਦੀ ਹੈ ਨਾ। ਗੁਰੂ ਪੁੱਤਰ ਨੇ, ਗੁਰੂ ਭਰਾ ਨੇ, ਗੁਰੂ ਤਾਏ ਨੇ, ਪਰ ਫਿਰ ਹਾਲਤ ਕਿੱਥੇ ਖੜੀ ਹੈ? ਰੌਲਾ ਕਾਹਦਾ ਸੀ? ਮਾਇਆ ਦਾ। ਇਸ ਮਾਇਆ ਨੇ ਵੱਡਿਆਂ ਵੱਡਿਆਂ ਨੂੰ ਰੋੜਿਆ ਹੈ, ਵੱਡਿਆਂ ਵੱਡਿਆਂ ਨੂੰ ਡੋਬਿਆ ਹੈ। ਜਦ ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਵੇਖ ਮਾਨੀ ਮਨ ਮੁਸਕਰਾਉਂਦੇ ਆ ਵੀ ਸਿਰਫ ਲੜਾਈ ਇਸੇ ਗੱਲ ਦੀ ਸੀ। ਸ਼ਾਂਤ ਹੋ ਗਏ ਨੇ ਮੂਲ ਚ, ਪਰ ਜੈ ਰਾਮ ਜੀਆਂ ਨੂੰ ਇਹ ਸਭ ਕੁਝ ਚੰਗਾ ਲੱਗਿਆ ਨਾ। ਅਜ ਰਹੇ ਸੋ ਖਾਨ ਪਲ ਦਏ ਫਕੀਰਨ ਜਹਾਂ ਬਿਸਲ। ਮੂਲ ਚੰਦ ਜੀ ਦੇ ਮਨ ਵਿੱਚ ਗੁੱਸਾ ਅਜੇ ਵੀ ਹੈ, ਹਰਖ ਅਜੇ ਵੀ ਹੈ ਵੀ ਜੇ ਗੁਰੂ ਨਾਨਕ ਸਾਹਿਬ ਨਵਾਬ ਨੂੰ ਨਾ ਕਹਿੰਦੇ, ਅੱਧਾ ਫਕੀਰਾਂ ਨੂੰ ਰੱਖਦੇ, ਚੱਲ ਜੇ ਤੇਰੀ ਮਰਜ਼ੀ। ਅੱਜ ਪੂਰੀ ਦੀ ਪੂਰੀ ਮਾਇਆ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਮਿਲਦੀ, ਸਤਿਗੁਰਾਂ ਦੇ ਪਰਿਵਾਰ ਨੂੰ ਮਿਲਦੀ। ਪਰ ਅਫਸੋਸ ਇਸੇ ਗੱਲ ਦਾ ਸੀ ਵੀ ਨਵਾਬ ਸਾਹਿਬ ਨੇ ਅਜੇ ਵੀ ਫਕੀਰਾਂ ਵਾਸਤੇ ਮਾਇਆ ਰੱਖ ਲਈ। ਫਕੀਰਾਂ ਨੇ ਕਿਹੜਾ ਮੱਕੀ ਗੋਡੀ ਹੈ, ਕੋਈ ਉਹਨਾਂ ਕਿਹੜਾ ਗੋਡੀ ਕੀਤੀ ਹੈ ਵੀ ਕਮਾਈ ਤੁਹਾਡੀ ਹੈ, ਵੰਡ ਤੁਸੀਂ ਫਕੀਰਾਂ ਨੂੰ ਰਹੇ ਹੋ। ਮੂਲ ਚੰਦ ਜੀ ਦੇ ਮੁਤਾਬਕ ਗੱਲ ਸਹੀ ਹੈ, ਪਰ ਗੁਰੂ ਨਾਨਕ ਸਾਹਿਬ ਜੀ ਤੇ ਇਹ ਅਖਾਣ ਨਹੀਂ ਢੁਕਦਾ, ਕਿਉਂਕਿ ਉਹ ਪਰਿਵਾਰ ਪਾਲਣ ਵਾਸਤੇ ਨਹੀਂ ਆਏ ਹੋਏ, ਉਹ ਤੇ ਜਗਤ ਦਾ ਉਧਾਰ ਕਰਨ ਆਏ ਨੇ। ਆ ਤੇ ਸਤਿਗੁਰਾਂ ਨੇ ਸਾਨੂੰ ਐਗਜ਼ਾਮਪਲਾਂ ਦਿੱਤੀਆਂ ਨੇ, ਸਿਖਾ ਤੇਰੇ ਜੀਵਨ ਵਿੱਚ ਕੀ ਕੁਝ ਚੱਲਦਾ ਹੈ, ਤੂੰ ਕੀ ਕੁਝ ਕਰਦਾ ਹੈ, ਮੈਂ ਡੋਲਿਆ ਨਾ ਕਰ। ਇਹ ਸਾਰੇ ਸੰਸਾਰ ਦਾ ਇਹ ਹਾਲ ਹੈ। ਸਾਹਿਬ ਬੈਠੇ ਰਹੇ, ਭਾਈ ਵਾਲਾ ਜੀ ਕਹਿੰਦੇ ਉਸ ਮਾਇਆ ਦੇ ਸਨੇਹੇ ਤੋਂ ਬਾਅਦ ਕਹਿੰਦੇ ਥੋੜੀ ਗਰਮਾਈ ਆਈ। ਮਤਲਬ ਜਿਹੜੀ ਲੜਾਈ ਦੁਪਹਿਰ ਤੋਂ ਚੱਲਦੀ ਆ ਰਹੀ ਹੈ, ਵੱਧ ਘੱਟ ਸਤਿਗੁਰਾਂ ਨੂੰ ਬੋਲ ਰਹੇ ਨੇ, ਕੂਲ ਜ਼ਰੂਰ ਬੋਲਿਆ ਜਾ ਰਿਹਾ ਹੈ, ਕਿਉਂਕਿ ਉਹ ਸੱਸ ਸਹੁਰਾ ਨੇ। ਉਹਨਾਂ ਨੂੰ ਲੱਗਦਾ ਹੈ ਵੀ ਸਾਡੀ ਧੀ ਦੁਖੀ ਹੈ, ਸਾਡੀ ਧੀ ਇਸ ਘਰ ਵਿੱਚ ਕਦੇ ਖੁਸ਼ ਨਹੀਂ ਰਹਿ ਸਕਦੀ। ਇਸ ਇਨਸਾਨ ਨੇ ਪਹਿਲਾਂ ਕਿਉਂ ਨਹੀਂ ਦੱਸਿਆ? ਤੇ ਕੁਛ ਤਾਨੇ ਜੈ ਰਾਮ ਜੀਆਂ ਨੂੰ ਵੀ ਦਿੰਦੇ ਨੇ
ਵੀ ਜਦੋਂ ਤੈਨੂੰ ਪਤਾ ਸੀ ਵੀ ਇਹ ਕਮਾ ਨਹੀਂ ਸਕਦਾ, ਇਹਨੇ ਕਰਨਾ ਕੁਝ ਨਹੀਂ, ਇਹਦਾ ਧਿਆਨ ਫਕੀਰਾਂ ਵਾਲੇ ਪਾਸੇ ਹੈ, ਉਸ ਵੇਲੇ ਤੂੰ ਕਿਉਂ ਆਖਿਆ ਵੀ ਨਾਨਕ ਦੀ ਚੰਗੀ ਚੋਖੀ ਕਮਾਈ ਕਰ ਲੈਂਦੇ, ਆਪਣਾ ਸੋਹਣਾ ਕੰਮ ਕਾਜ ਹੈ। ਕਹਿੰਦੇ ਮੈਨੂੰ ਇਸ ਗੱਲ ਦਾ ਪਛਤਾਵਾ ਹੈ, ਮੈਂ ਇਹਨਾਂ ਦੇ ਨਾਲ ਨਾਤਾ ਜੋੜਿਆ, ਘਰ ਪਰਿਵਾਰ ਦਾ ਸੰਬੰਧ ਰੱਖਿਆ ਏ। ਸੋ ਬਸਰ ਤਹ ਬੀਤਿਓ ਸਗਰਾ, ਸਾਸ ਸਸੁਰ ਕੋ ਕਰਤਿਓ ਝਗੜਾ। ਭਾਈ ਬਾਲਾ ਜੀ ਦੱਸਦੇ ਆ, ਕਹਿੰਦੇ ਸਾਰਾ ਦਿਨ ਹੀ ਲੜਾਈ ਚ ਬਤੀਤ ਹੋ ਗਿਆ। ਸ਼ਾਮ ਹੋਈ, ਅਜੇ ਵੀ ਲੋਕ ਝੋਗ ਚੱਲ ਰਹੀ ਹੈ। ਜਦੋਂ ਭੈਣ ਨਾਨਕੀ ਅੱਗੇ ਹੋ ਕੇ ਬੋਲੇ ਨੇ ਮੇਰਾ ਵੀਰ ਪਰਮਾਤਮਾ ਹੈ, ਸ਼ੁਭ ਗੁਣ ਇਹਨਾਂ ਦੇ ਵਿੱਚ ਨੇ, ਹੋ ਸਕਦਾ ਹੈ ਤੁਹਾਨੂੰ ਪਛਾਣ ਨਾ ਹੋਵੇ, ਸਮਝ ਨਾ ਹੋਵੇ, ਐਵੇਂ ਇੰਨਾ ਕੁਝ ਨਹੀਂ ਬੋਲੀਦਾ ਹੁੰਦਾ। ਤੁਸੀਂ ਬੜੇ ਮਾੜੇ ਸ਼ਬਦ ਬੋਲੇ ਜਾਂ ਕੀ ਨਹੀਂ ਉਹਨਾਂ ਆਖਿਆ, ਕਿੱਥੇ ਕਿੱਥੇ ਜਾ ਕੇ ਉਹਨਾਂ ਜਲੂਸ ਨਹੀਂ ਕੱਢਿਆ। ਸ਼ਮਸ਼ਾਨ ਵਿੱਚ ਜਾ ਕੇ ਮੂਲ ਚੰਦ ਬੋਲੇ, ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਨਵਾਬ ਕੋਲ ਜਾ ਕੇ ਬੋਲੇ, ਜਿੱਥੇ ਮਹਾਰਾਜ ਨੌਕਰੀ ਕਰਦੇ ਆ ਉੱਥੇ ਜਾ ਕੇ ਬੋਲਣਾ ਕੋਈ ਸ਼ੋਭਾ ਵਾਲੀ ਗੱਲ ਨਹੀਂ ਸੀ। ਫਿਰ ਮੋਦੀ ਖਾਨਾ ਜਦੋਂ ਮਹਾਰਾਜ ਨੇ ਛੱਡਿਆ ਉਦੋਂ ਬੋਲੇ, ਪਰ ਅੱਜ ਘਰੇ ਵੀ ਬੋਲਦੇ ਆ। ਪਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੇਪਰਵਾਹ ਨੇ, ਉਹਨਾਂ ਨੂੰ ਕਿਸੇ ਦੇ ਚੰਗੇ ਮਾੜੇ ਬੋਲਾਂ ਦਾ ਕੋਈ ਫਰਕ ਨਹੀਂ। ਪਰ ਜੈ ਰਾਮ ਜੀ ਦੇ ਮਨ ਵਿੱਚ ਇਹ ਗਿਲਾ ਸੀ ਵੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਥਾਂ ਥਾਂ ਜਾ ਕੇ ਗੁਰੂ ਸਾਹਿਬ ਨੂੰ ਢੱਲਿਆ, ਥਾਂ ਥਾਂ ਤੇ ਜਾ ਕੇ ਆਖਿਆ, ਰਿਸ਼ਤੇਦਾਰੀਆਂ 'ਚ ਗਿਆ ਜਾ ਕੇ, ਘਰ ਆ ਕੇ ਬੋਲਿਆ ਵੀ ਇਹ ਹੁਣ ਕੋਈ ਕੰਮ ਨਹੀਂ ਕਰ ਸਕਦਾ, ਇਹ ਫਕੀਰ ਹੋ ਗਿਆ, ਸਾਧ ਹੋ ਗਿਆ, ਵਿਹਲੜ ਰਹਿੰਦਾ, ਇਹਨੂੰ ਘਰ ਪਰਿਵਾਰ ਗ੍ਰਸਤੀ ਚਲਾਉਣੀ ਨਹੀਂ ਆਉਂਦੀ। ਚਲੋ ਕਹਿੰਦੇ ਸ਼ਾਮ ਤੱਕ ਦਾ ਵੇਲਾ ਹੋਇਆ, ਲੜਾਈ ਚੱਲਦੀ ਰਹੀ, ਪਰ ਇਸ ਲੜਾਈ ਦਾ ਗੁਰੂ ਸਾਹਿਬ ਤੇ ਕੋਈ ਅਸਰ ਨਹੀਂ ਸੀ, ਫਰਕ ਨਹੀਂ ਸੀ। ਸੰਧਿਆ ਦਾ ਵੇਲਾ ਹੋਇਆ, ਭੈਣ ਨਾਨਕੀ ਨੇ ਭੋਜਨ ਤਿਆਰ ਕੀਤਾ ਸਾਰਿਆਂ ਦੇ ਵਾਸਤੇ। ਭਾਈ ਬਾਲਾ ਜੀ ਕਹਿੰਦੇ ਮੈਂ ਵੀ ਭੋਜਨ ਛਕਿਆ, ਪਰ ਅੱਜ ਭੋਜਨ ਦਾ ਆਨੰਦ ਨਹੀਂ ਸੀ ਆਇਆ, ਅੱਜ ਰਸ ਨਹੀਂ ਆਇਆ। ਜਦ ਤੁਸੀਂ ਕਿਸੇ ਤੋਂ ਬਹੁਤ ਕੁਝ ਚੰਗਾ ਮਾੜਾ ਸੁਣਿਆ ਹੋਵੇ ਨਾ, 36 ਪ੍ਰਕਾਰ ਦੇ ਪਏ ਭੋਜਨ ਵੀ ਉਦੋਂ ਫੀਕੇ ਲੱਗਦੇ ਆ। ਦੁਨੀਆ ਦੀਆਂ ਚੰਗੀਆਂ ਚੰਗੀਆਂ ਗੱਲਾਂ ਵੀ ਤੁਹਾਨੂੰ ਉਦੋਂ ਖਾਲੀ ਲੱਗਣਗੀਆਂ, ਕੱਖ ਨਹੀਂ ਹੁੰਦਾ। ਕਹਿੰਦੇ ਮੂਲ ਚੰਦ ਤੇ ਚੰਦੋ ਰਾਣੀ ਜੀ ਨੇ ਔਖੇ ਸੌਖੇ ਭੋਜਨ ਛਕਿਆ, ਮਨ ਸ਼ਾਂਤ ਨਹੀਂ ਹੈ, ਦੁਖੀ ਪੜਿਆ ਮਨ। ਤੁਸੀਂ ਕਹੋਗੇ ਅਜੇ ਵੀ ਦੁਖੀ ਆ, ਆਉਣ ਵਾਲੇ ਪ੍ਰਸੰਗਾਂ ਤੋਂ ਸੁਣਿਓ, ਅਜੇ ਤੇ ਦੁੱਖਾਂ ਦੀ ਸ਼ੁਰੂਆਤ ਹੋਈ ਹੈ। ਅਜੇ ਤੇ ਉਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਅਸੀਂ ਇਸ ਘਰ ਪਰਿਵਾਰ ਨਾਲ ਨਾਤਾ ਜੋੜ ਬਹੁਤ ਵੱਡਾ ਗੁਨਾਹ ਕਰ ਲਿਆ। ਇਹ ਮੂਰਖਤਾ ਹੈ ਸਾਡੀ, ਅਣਜਾਣਪੁਣਾ ਹੈ ਸਾਡਾ। ਅਸੀਂ ਇਹ ਰਿਸ਼ਤਾ ਕਰਨ ਤੋਂ ਪਹਿਲਾਂ ਇਸ ਬੱਚੇ ਬਾਰੇ ਪੁੱਛਿਆ ਕਿਉਂ ਨਹੀਂ? ਕਿਉਂਕਿ ਮੂਲ ਚੰਦ ਪਟਵਾਰੀ ਨੇ, ਲੋਕਾਂ ਵਿੱਚ ਚੰਗਾ ਨਾਮ ਹੈ, ਇਸ ਕਰਕੇ ਸ਼ਾਮ ਦਾ ਭੋਜਨ ਛਕਿਆ, ਮਨ ਦਾ ਮੁਤਾਬ ਦੂਰ ਨਹੀਂ ਹੋਇਆ। ਆਪਣੀ ਧੀ ਸੁਲੱਖਣੀ ਕੋਲੇ ਆਏ ਨੇ, ਸਾਰੀਆਂ ਗੱਲਾਂ ਕੀਤੀਆਂ, ਬਹੁਤ ਤੂੰ ਥੋੜਾ ਹੌਸਲਾ ਰੱਖ, ਵੇਖੋ 760 ਵਿੱਚੋਂ 380 ਆ ਗਏ, ਰਹਿੰਦੇ ਵੀ ਆ ਜਾਣਗੇ। ਹੌਲੀ ਹੌਲੀ ਤੁਹਾਡੇ ਪਤੀ ਦੇਵ ਉਹ ਵੀ ਘਰੇ ਆਉਣ ਲੱਗ ਪੈਣਗੇ, ਤੁਸੀਂ ਵੀ ਥੋੜਾ ਨਰਮ ਸੁਭਾਅ ਵਰਤੋ। ਸੱਸ ਚੰਦੋ ਰਾਣੀ ਵੀ ਆਪਣੀ ਪੁੱਤਰੀ ਨੂੰ ਸਮਝਾਉਂਦੀ ਹੈ, ਰਜਨੀ ਭਈ ਆਨ ਕਰ ਜਬ ਹੀ, ਭੋਜਨ ਕਰ ਢੋਡੇ ਕਰ ਸਭ ਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭੋਜਨ ਕੀਤਾ। ਭਾਈ ਬਾਲਾ ਜੀ ਕਹਿੰਦੇ ਅਸੀਂ ਤੇ ਵਿਹੜੇ ਵਿੱਚ ਹੀ ਪਲਵੀਆਂ ਦੇ ਆਰਾਮ ਕੀਤੇ। ਮੇਰੇ ਸਤਿਗੁਰੂ ਥੋੜੀ ਦੇਰ ਬਾਅਦ ਬੜੀ ਆਨੰਦਤ ਭੂਤ ਨੀਂਦ ਵਿੱਚ ਸੌਂ ਗਏ। ਫਰਕ ਨਹੀਂ ਹੈ ਕੋਈ, ਆਪਾਂ ਨੂੰ ਕੋਈ ਚੰਗਾ ਮਾੜਾ ਕਹਦੇ ਆਪਾਂ ਦਿਨੇ ਵੀ ਬੇਚੈਨ ਆ ਤੇ ਰਾਤ ਨੂੰ ਵੀ ਸੌਂ ਸਕਦੇ, ਸੰਸਾਰੀ ਨਾ। ਪਰ ਗੁਰੂ ਸਾਹਿਬ ਨਿਰੰਕਾਰੀ ਨੇ, ਆਪ ਪਰਮੇਸ਼ਵਰ ਨੇ, ਕਹਿੰਦੇ ਸੁੱਖਾਂ ਨਾਲ ਰਾਤ ਬਤੀਤ ਕੀਤੀ। ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ, ਸਤਿਗੁਰ ਜੀ ਜਾਗੇ ਨੇ। ਅਰਨ ਉੰਡਤ ਉਠਿਆਰ ਤਿਹਾਰੀ, ਗਵਣੇ ਜਾਹੀ ਸ੍ਰਿਤਾ ਬਰਬਾਰੀ। ਅੱਜ ਸਹਿਜ ਸੁਭਾਅ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਬਾਲਾ ਜੀ ਨੂੰ ਆਖਿਆ, ਕਹਿੰਦੇ ਬਾਲਿਆ ਚੱਲ ਚੱਲੀਏ ਵੇਈ ਤੇ ਇਸ਼ਨਾਨ ਕਰਨ। ਕਈ ਮਹੀਨਿਆਂ ਬਾਅਦ ਚੱਲੇ ਆ। ਆਪ ਜੀ ਦੇ ਪਿੱਛੇ ਸੁਣਿਆ ਵਰਦ ਤੇ ਸ਼ਮਸ਼ਾਨ 'ਚ ਬੈਠੇ ਆ, ਮੜੀਆਂ ਮਸਾਣਾ 'ਚ ਬੈਠੇ ਆ, ਕੋਈ ਇੱਕੋ ਕੱਪੜੇ ਗਲ ਪਾਈ ਹੋਈ ਸੀ, ਨਹਾਉਣਾ ਧੋਣਾ ਤੇ ਦੂਰ ਦੀ ਗੱਲ, ਮੌਕੇ ਉੱਤੇ ਸਵਾਹ ਪਾਈ ਹੋਈ ਸੀ ਮੁਰਦਿਆਂ ਦੀ। ਐਸੇ ਹਾਲਾਤਾਂ ਵਿੱਚ
ਤਾਂ ਲੋਕ ਭੂਤਨਾ ਕਹਿੰਦੇ ਸੀ, ਤਾਂ ਲੋਕ ਬੇਤਾਲਾ ਕਹਿੰਦੇ ਸੀ। ਲੋਕ ਲਿਬਾਸ ਵੇਖ ਕੇ ਬੋਲਦੇ ਆ ਜੀ, ਕੱਪੜੇ ਵੇਖ ਬੋਲਦੇ। ਪਰ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਸਹਿਜ ਸੁਭਾਅ ਇਸ਼ਨਾਨ ਕਰਨ ਵੇਖ ਤੇ ਗਏ। ਭਾਈ ਬਾਲਾ ਜੀ ਕਹਿੰਦੇ ਮੈਂ ਵੀ ਨਾਲ ਸੀ ਤੇ ਸੇਵਾਦਾਰ ਵੀ ਨਾਲ ਹੈ, ਭਾਈ ਟੈਡਾ ਉਹ ਵੀ ਆ ਗਏ। ਅੰਮ੍ਰਿਤ ਵੇਲੇ ਚੁੱਪੀ ਲਾਈ, ਵੇਈ ਤੇ ਇਸ਼ਨਾਨ ਕੀਤਾ ਏ। ਕਰ ਦਾਤਨ ਮੁਖ ਜਲ ਜਪ ਖਾਰਾ, ਹੁਨ ਮੱਜਨ ਕੀਏ ਵੇਈ ਮੰਜਰਾ। ਸਤਿਗੁਰਾਂ ਨੇ ਆਪ ਬੇਰੀ ਦੀ ਦਾਤਣ ਕੀਤੀ, ਫਿਰ ਵੇਈ ਨਦੀ ਵਿੱਚ ਇਸ਼ਨਾਨ ਕੀਤਾ ਹੈ, ਚੁੱਪੀਆਂ ਲਾਈਆਂ ਨੇ, ਕੁਝ ਸਮਾਂ ਬਤੀਤ ਕੀਤਾ, ਪਾਣੀ ਵਿੱਚ ਖੜ ਕੇ ਬੰਦਗੀ ਕੀਤੀ ਰੱਬ ਦੀ। ਬਾਹਰ ਬੈਠੇ ਸਿਮਰਨ ਕਰਦੇ, ਚੌਕੜਾ ਲਾਇਆ ਹੋਇਆ। ਅੱਜ ਭਾਈ ਬਾਲਾ ਜੀ ਸਤਿਗੁਰਾਂ ਦੇ ਨਾਲ ਹਨ। ਕਹਿੰਦੇ ਮੈਂ ਵੀ ਅੱਜ ਵੇਈ ਵਿੱਚ ਇਸ਼ਨਾਨ ਕੀਤਾ, ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਮੈਂ ਗੁਰੂ ਪਾਤਸ਼ਾਹ ਦੇ ਨਾਲ ਹਾਂ। ਅੰਮ੍ਰਿਤ ਵੇਲੇ ਦਾ ਸੁਹਾਵਣਾ ਵੇਲਾ ਸੀ। ਕਹਿੰਦੇ ਹੌਲੀ 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 ਸੂਰਜ ਦੀ ਟਿੱਕੀ ਚੜ੍ਹਨੀ ਸ਼ੁਰੂ ਹੋਈ। ਅਸਮਾਨ ਵਿੱਚ ਸੂਰਜ ਦੀ ਲਾਲੀ ਦਿਸਣੀ ਸ਼ੁਰੂ ਹੋਈ ਹੈ। ਵਹਿਰ ਨਿਖਸ ਕਰ ਪਹੁੰਚ ਸਰੀਰਾ, ਕੀਨ ਕਪੀਨਹਿ ਗੁਣੀ ਗਹੀਰਾ। ਹੁਣ ਇਸ ਇਸ਼ਨਾਨ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ 2 ਗਜ ਦਾ ਕੱਪੜਾ ਆਪਣੇ ਸੀਸ ਤੇ ਲਪੇਟਿਆ, ਕਿਉਂਕਿ ਸਣ ਕੇਸੀ ਇਸ਼ਨਾਨ ਚੁੱਪੀ ਕੀਤੀ, ਚੁੱਪੀ ਲਾਈ ਹੈ ਪੂਰੀ। ਜਦੋਂ 2 ਗਜ ਦਾ ਕੱਪੜਾ ਮਹਾਰਾਜ ਨੇ ਸੀਸ ਤੇ ਲਪੇਟਿਆ ਨਾ, ਕਹਿੰਦੇ ਉਸ ਸਮੇਂ ਦੌਰਾਨ ਜਦੋਂ ਮਹਾਰਾਜ ਬਸਤਰ ਪਹਿਨ ਰਹੇ ਸੀ, ਇੱਕ ਆਵਾਜ਼ ਸੁਣਾਈ ਸੀ ਦੂਰ, ਥੋੜੀ ਦੂਰੀ ਇੱਕ ਆਵਾਜ਼ ਆ ਰਹੀ ਹੈ। ਆਵਾਜ਼ ਕਿੱਥੋਂ ਆ ਰਹੀ ਹੈ? ਇੱਕ ਟੈਂਪਰੇਰੀ ਦਾ ਪੁਲ ਬਣਿਆ ਸੀ ਵੇਈ ਤੇ। ਕਈ ਵਿਦਵਾਨਾਂ ਲਿਖੇ, ਕਈਆਂ ਨੇ ਲਿਖਿਆ ਵੀ ਉਸ ਵੇਲੇ ਇੱਕ ਮਲਾਹ ਸੀ ਜੋ ਕਿਸ਼ਤੀ ਦੁਆਰਾ ਲੋਕਾਂ ਦਾ ਸਮਾਨ ਪਾਰ ਕਰਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਬਾਲਿਆ ਕੋਈ ਦੁਖੀ ਹੈ, ਕਿਸੇ ਦੀ ਆਵਾਜ਼ ਆ ਰਹੀ ਹੈ, ਕਿਉਂਕਿ ਦੁਖੀ ਇਨਸਾਨ ਹਮੇਸ਼ਾ ਉੱਚਾ ਬੋਲਦਾ ਹੈ। ਸਤਿਗੁਰਾਂ ਦਾ ਧਿਆਨ ਸਹਿਜ ਸੁਭਾਅ ਉਸ ਪਾਸੇ ਗਿਆ ਏ। ਭੇ ਇਸ ਸਥਿਤ ਤੈ ਹਿਰਿਓ ਹੋਰਾ, ਉਤੋ ਜਗਾਤੀ ਖਤਰੀ ਠੋਰਾ। ਹੁਣ ਗੁਰੂ ਸਾਹਿਬ ਉਸ ਪਾਸੇ ਚੱਲ ਪਏ, ਭਾਈ ਬਾਲਾ ਜੀ ਪਿੱਛੇ ਪਿੱਛੇ, ਸਿੱਖ ਜਿਹੜਾ ਬਸਤਰ ਫੜਦਾ ਸੀ ਉਹ ਹੋਰ ਪਿੱਛੇ। ਮਰਦ ਨੇ ਕੀ ਵੇਖਿਆ? ਕਹਿੰਦੇ ਇੱਕ ਖੱਤਰੀ, ਚੰਗੀ ਜਾਤ ਹੈ, ਉੱਚੀ, ਚੰਗਾ ਕੰਮ ਕਰਦਾ ਹੈ, ਟੋਲ ਪਲਾਜ਼ਾ ਲਾਈ ਬੈਠੇ। ਟੋਲ ਪਲਾਜ਼ਾ ਕੀ ਹੁੰਦਾ? ਵਸੂਲੀ, ਮਸੂਲ ਲੈਣਾ, ਜਾਮੀ ਲਾਈ ਬੈਠੇ ਆ। ਮਰਦ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਜਗਾਤ ਕਿਹਨੂੰ ਕਹਿੰਦੇ ਆ ਜੀ? ਟੈਕਸ ਖਮਿਆਜਾ। ਇੱਕ ਖੰਦਰੀ ਨੇ ਵੇਈ ਨਦੀ ਉੱਤੇ ਨਾ ਟੋਲ ਪਲਾਜ਼ਾ ਲਾਇਆ ਅੱਜ ਦੀ ਬੋਲੀ 'ਚ, ਮਤਲਬ ਨਾਕਾ, ਚੁੰਗੀ ਕਹਿ ਲਓ, ਹੈ ਤੇ ਸ਼ਬਦ ਚੁੰਗੀ ਹੈ ਪੰਜਾਬੀ ਦਾ, ਪਰ ਇਹਨੂੰ ਅੱਜ ਦੇ ਸਮੇਂ 'ਚ ਟੋਲ ਪਲਾਜ਼ਾ ਬੋਲਦੇ। ਹੁਣ ਸਾਰਿਆਂ ਦੀ ਲੱਗਦਾ ਹੈ ਖਰਚਾ ਵੀ ਤੁਸੀਂ ਇਸ ਰੋਡ ਤੇ ਚੱਲ ਰਹੇ ਹੋ, ਇਸ ਇਲਾਕੇ ਨੂੰ ਕ੍ਰੋਸ ਕੀਤਾ ਹੈ, 60-60 ਕਿਲੋਮੀਟਰ ਬਾਅਦ ਪੂਰੇ ਇੰਡੀਆ ਦੇ ਵਿੱਚ, ਫੋਰਨ ਦੇ ਵਿੱਚ ਵੀ ਲੱਗੇ ਆ ਪੈਸੇ ਕੱਢੇ ਜਾਂਦੇ। ਭਾਵੇਂ 4 ਪਹੀਆ ਹੋਵੇ, ਪਹੀਆ ਵਾਹਨ ਹੋਵੇ, 8 ਹੋਵੇ, 16 ਹੋਵੇ, 18 ਹੋਵੇ, ਜਿੰਨਾ ਮਰਜ਼ੀ ਹੋਵੇ, ਵੱਧ ਹੋਊਗਾ। ਪਰ ਕਹਿੰਦੇ ਉਸ ਵੇਲੇ ਬੜੀ ਹੈਰਾਨੀ, ਇੱਕ ਖੱਤਰੀ ਇਕੱਲਾ ਬੈਠਾ ਹੈ, ਨਾਲ 1-2 ਨੌਕਰ ਨੇ, ਜਿਹੜਾ ਬੰਦਾ ਆਉਂਦਾ ਉਸੇ ਨੂੰ ਰੋਕ ਲੈਂਦਾ ਹੈ। ਕਹਿੰਦਾ ਨਦੀ ਪਾਰ ਤਾਂ ਕਰੋਗੇ, ਪਲਾਜ਼ਾ ਦਿਓ, ਵਸੂਲੀ ਦਿਓ। ਤੇ ਹੁਣ ਹਰ ਇਨਸਾਨ ਨੂੰ ਦੇਣੀ ਪੈਂਦੀ ਸੀ, ਕਿਉਂਕਿ ਖੱਤਰੀ ਦਾ ਇਹ ਕਹਿ ਲਓ ਜਿਵੇਂ ਅੱਜ ਦੇ ਸਮੇਂ ਵੱਡੀਆਂ ਵੱਡੀਆਂ NHAI ਦੀਆਂ ਕੰਪਨੀਆਂ ਨੇ, ਬੰਦੇ ਤੇ ਪ੍ਰਾਈਵੇਟ ਹੀ ਨੇ ਪਲਾਜ਼ਿਆਂ ਤੇ, ਪਰ ਉਹ ਵੱਡੀਆਂ ਵੱਡੀਆਂ ਕੰਪਨੀਆਂ ਦਾ ਕੰਮ ਹੈ, ਤੇ ਉਹ ਜਿਹੜੀ ਮਾਇਆ ਇਕੱਠੀ ਕੀਤੀ ਜਾਂਦੀ ਉਹ 'ਚ ਸਰਕਾਰਾਂ ਦੇ ਸ਼ੇਅਰ ਹੁੰਦੇ ਆ। ਤੇ ਹੁਣ ਜਿਹੜਾ ਖੱਤਰੀ ਸਮੇਂ ਦੇ ਨਵਾਬ ਦੇ ਸਮੇਂ ਵਿੱਚ ਵਸੂਲੀ ਚੁੰਗੀ ਲਾ ਕੇ ਬੈਠਾ ਹੈ, ਘਰੋਂ ਤਾਂ ਬਹਿ ਨਹੀਂ ਗਿਆ, ਇੱਕ ਤਰ੍ਹਾਂ ਦਾ ਸਰਕਾਰੀ ਮੁਲਾਜ਼ਮ ਹੈ। ਉਹ ਜਿਹੜਾ ਵੀ ਆਉਂਦਾ ਹਰੇਕ ਨੂੰ ਰੋਕ ਲੈਂਦਾ ਹੈ, ਕਹਿੰਦਾ ਪੁਲ ਤਾਂ ਪਾਰ ਕਰੋਗੇ, ਪਹਿਲਾਂ ਮਾਇਆ ਦੇ ਕੇ ਜਾਓ। ਉਹਨੇ ਟੈਕਸ ਰੱਖਿਆ ਸੀ ਆਪਣੇ ਹਿਸਾਬ ਦਾ, ਉਹਨਾਂ ਸਮਿਆਂ ਦਾ ਪ੍ਰਚਲਨ ਸੀ ਮੁਗਲਾਂ ਦੇ ਰਾਜ ਵਿੱਚ। ਮਰਦ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਨੇੜੇ ਆ ਕੇ ਵੇਖਿਆ ਵੀ ਇਹਦੇ ਅਤਿਆਚਾਰ ਹੀ ਆ, ਇਹ ਧੋਖਾ ਹੈ। ਹੁਣ ਨਦੀ ਪਾਰ ਕਰਨ ਦਾ ਕਾਹਦਾ ਟੈਕਸ ਹੈ? ਅੱਜ ਵੀ ਤੁਸੀਂ ਭਾਰਤ ਦੇਸ਼ ਵਿੱਚ ਘੁੰਮੋਗੇ, ਫੋਰਨ ਦੇ ਵਿੱਚ ਵੀ ਵੱਡੇ ਵੱਡੇ ਦਰਿਆ ਜਦੋਂ ਕ੍ਰੋਸ ਕਰਦੇ ਆ ਜਾਂ ਕੋਈ ਸਟੇਟ ਪਾਰ ਕਰਦੇ ਆ,
ਤੇ ਦਰਿਆ ਦੇ ਉੱਤੇ ਹੀ ਪਲਾਜ਼ਾ ਲੱਗਿਆ ਹੁੰਦਾ, ਪਰਚੀ ਕਟਾਓ ਤੇ ਕ੍ਰਾਸ ਕਰੋ। ਅੱਜ ਵੀ ਹੈ। ਕਹਿੰਦੇ ਜਦ ਵੇਈ ਨਦੀ ਪਾਰ ਕਰਨੀ ਸੀ ਤੇ ਉਹ ਖੱਤਰੀ ਹਰੇਕ ਬੰਦੇ ਨੂੰ ਰੋਕਦਾ ਹੈ, ਜਿਹਦੇ ਕੋਲ ਮਾਇਆ ਨਹੀਂ ਹੁੰਦੀ ਵਾਪਸ ਭੇਜ ਦਿੰਦਾ ਹੈ ਕਿ ਤੁਸੀਂ ਪਾਰ ਨਹੀਂ ਕਰ ਸਕਦੇ, ਦੂਜੇ ਪਾਰ ਨਦੀ ਤੋਂ ਜਾ ਨਹੀਂ ਸਕਦੇ। ਇੱਕ ਦਵਿਜ ਧੀਨ ਆਨ ਤੋ ਰੋਕਾ, ਦਿਓ ਜਗਾਤ ਆਨ ਤੋ ਸੋਕਾ। ਹੁਣ ਸਤਿਗੁਰ ਆਏ ਕਿਉਂ ਸੀ? ਮੱਝ ਸੱਚੇ ਪਾਤਸ਼ਾਹ ਕਿਸੇ ਦੁਖੀ ਬੰਦੇ ਦੀ ਫਰਿਆਦ ਸੁਣ ਕੇ ਆਏ ਸੀ। ਰੌਲਾ ਲੜਾਈ, ਅੱਜ ਵੀ ਪਲਾਜ਼ਿਆਂ ਤੇ ਲੜਾਈਆਂ ਹੁੰਦੀਆਂ, ਪਹਿਲਾਂ ਵੀ ਹੁੰਦੀਆਂ ਸੀ। ਕਹਿੰਦੇ ਖੱਤਰੀ ਨੇ ਇੱਕ ਬ੍ਰਾਹਮਣ ਰੋਕ ਲਿਆ। ਬ੍ਰਾਹਮਣ ਕੋਲ ਕੀ ਸੀ? ਵੱਡਾ ਭਰਿਆ ਸੀ ਕੋਲ ਦਾ ਨਹੀਂ, ਵਿਚਾਰੇ ਕੋਲ ਗਾਂ ਸੀ। ਉਹ ਕਹਿੰਦਾ ਤੇਰੀ ਗਾਂ ਪਾਰ ਤਾਂ ਕਰੂਗੀ, ਪਹਿਲਾਂ ਪਲਾਜ਼ਾ ਦੇ। ਉਹ ਕਹਿੰਦਾ ਕਿਉਂ? ਕਹਿੰਦਾ ਚਾਰ ਲੱਤਾਂ ਵਾਲੀ ਆਖੋ ਸਤਿਨਾਮ। ਹੋਰ ਵੀਲਰ ਅੱਜ ਦੇ ਸਮੇਂ ਪਲਾਜ਼ਾ ਲੱਗ, ਟੂ ਵੀਲਰ ਨੂੰ ਤੇ ਕੋਈ ਵੀ ਨਹੀਂ ਪੁੱਛਦਾ, ਜਿੰਨੀ ਮਰਜ਼ੀ ਵਾਰ ਪਲਾਜ਼ਾ ਕ੍ਰੋਸ ਕਰ ਦਿਓ। ਕਹਿੰਦਾ ਗਾਂ ਤੇਰੀ ਚਾਰ ਲੱਤਾਂ ਵਾਲੀ ਹੈ ਤੇ ਤੂੰ ਰੋਵਾ, ਤੇਰਾ ਕੋਈ ਰੌਲਾ ਨਹੀਂ। ਇਹ ਪਾਰ ਤਾਂ ਕਰੂਗੀ ਇਸ ਨਦੀ ਨੂੰ ਜੇ ਵਸੂਲੀ ਦੇ ਕੇ ਜਾਏਗਾ। ਬਾਹਮਣ ਕਹਿੰਦਾ ਹੱਦ ਹੋ ਗਈ, ਇਹ ਤੇ ਮਾਤਾ ਆਏ। ਕਹਿੰਦਾ ਮਾਤਾ ਹੋਣੀ ਤੇਰੀ ਆਖੋ ਸਤਿਨਾਮ। ਹੁਣ ਨਹੀਂ ਮਾਤਾ, ਹੁਣ ਤੇ ਭਾਈ ਇਹ ਵਾਹਨ ਵਿੱਚ ਗਿਣੀ ਜਾਣੀ ਹੈ, ਜਿਵੇਂ ਬਲਦ ਗਏ ਉਹਨਾਂ ਸਮਿਆਂ ਦੀਆਂ ਗੱਡੀਆਂ ਸੀ, ਘੋੜੇ ਤੇ ਬਲਦ ਸਵਾਰੀਆਂ ਸਨ। ਕਹਿੰਦਾ ਇਹ ਸਵਾਰੀ 'ਚ ਗਿਣੀ ਜਾਣੀ ਹੈ, ਮੈਂ ਤੇ ਇੱਥੋਂ ਪੈਸੇ ਲਵਾਂਗਾ ਤਾਂ ਵੇਈ ਨਦੀ ਪਾਰ ਕਰੇਗਾ, ਵਰਨਾ ਆਪਣੀ ਗਾਂ ਵਾਪਸ ਹੋ ਜਾਏਗਾ। ਉਹ ਬ੍ਰਾਹਮਣ ਆ ਕੇ ਕਹਿੰਦਾ ਮਾਂ ਹੁੰਦੀ ਹੈ, ਇਹ ਮਾਤਾ ਹੁੰਦੀ ਹੈ। ਅੱਜ ਵੀ ਬੜਾ ਮਾਤਾ ਨੂੰ ਕਾਲਾ ਰੌਲਾ ਪੀਂਦਾ। ਸੱਚੀ ਗੱਲ ਹੈ, ਢੱਠਿਆਂ ਨਾਲ ਤੇ ਧੱਕਾ ਹੀ ਹੈ ਵਿਚਾਰਿਆਂ ਨਾਲ। ਗਾਂ ਨੂੰ ਸਾਰੀ ਮਾਂ ਕਹਿੰਦੀ, ਉਹਨੂੰ ਬਾਪੂ ਕੋਈ ਨਹੀਂ ਹੁੰਦਾ। ਕਰਦਾ ਕੋਈ ਪੂਜਾ ਉਹਦੀ? ਕਿਸੇ ਨੇ ਬਲਦ ਦੀ ਪੂਜਾ ਕੀਤੀ ਹੈ? ਕਦੇ ਕਿਹਾ ਵੀ ਬਾਪੂ ਜੀ ਬਾਹਰ ਖੜੇ ਆ? ਨਾ। ਗਾਂ ਨੂੰ ਹਰੇਕ ਕਹਿੰਦਾ ਗਾਂ ਹਮਾਰੀ ਮਾਤਾ ਹੈ, ਉਹ ਪਸ਼ੂ ਹੈ। ਮਾਂ ਵਰਗਾ ਸੁਭਾਅ ਜ਼ਰੂਰ ਹੈ ਉਹਦਾ, ਦਰਵੇਸ਼ ਹੈ, ਪਰ ਜਾਨਵਰ ਪਸ਼ੂ ਕਦੇ ਮਾਂ ਨਹੀਂ ਹੁੰਦੇ। ਮਾਂ ਨੂੰ ਮਾਂ ਕਹਿ ਲਓ ਇੰਨਾ ਹੀ ਬੜਾ ਹੈ। ਤੇ ਬ੍ਰਾਹਮਣ ਆਖੇ ਕਹਿੰਦਾ ਓਏ ਮਾਂ ਇਹ ਤੂੰ ਮਾਂ ਤੇ ਟੈਕਸ ਲਾਏਗਾ, ਇਹ ਤੇ ਵਸੂਲੀ ਲਾਏਗਾ। ਉਹ ਕਹਿੰਦਾ ਵੇਖ ਭਾਈ, ਇਸ ਵੇਲੇ ਤੂੰ ਖੜਾ ਰਸਤੇ ਤੇ, ਮੈਂ ਖੜਾ ਆਪਣੀ ਚੁੰਗੀ ਤੇ, ਚੁੰਗੀ ਪਾਰ ਕਰੂ ਤੇਰੀ ਗਾਂ, ਐਸੇ ਲੱਗਣਗੇ, ਵਰਨਾ ਵਾਪਸ ਲੈਣਾ। ਤੇ ਬ੍ਰਾਹਮਣ ਧਰਮ ਦੀ ਗੱਲ ਕਰਦਾ। ਉਹ ਕਹਿੰਦਾ ਭਲਿਆ, ਜਦੋਂ ਧਰਮ ਦੀ ਦੁਨੀਆ ਵਿੱਚ ਤੂੰ ਇਸੇ ਗਾਂ ਨੂੰ ਮੱਥਾ ਟੇਕਦਾ, ਇਸੇ ਗਾਂ ਨੂੰ ਮਾਂ ਕਹਿੰਦਾ ਕਿ ਅੱਜ ਮਾਂ ਸਮਝ ਕੇ ਬਖਸ਼ ਦੇ। ਕਹਿੰਦਾ ਬਿਲਕੁਲ। ਉੱਚੀ ਉੱਚੀ ਬੋਲਣ ਲੱਗੇ। ਉਹ ਖੱਤਰੀ ਕਹਿੰਦਾ ਮੈਂ ਤੈਨੂੰ ਜਾਣ ਨਹੀਂ ਦੇਣਾ ਬਿਨਾਂ ਖਰਚੇ ਤੋਂ, ਬਿਨਾਂ ਵਸੂਲੀ ਤੋਂ। ਤੇ ਬ੍ਰਾਹਮਣ ਕਹਿੰਦਾ ਗਾਂ ਲੰਘੂਗੀ ਤੇ ਨਦੀ ਪਾਰ ਕਰੂਗੀ ਬਿਨਾਂ ਵਸੂਲੀ ਤੋਂ। ਆਪਸ ਵਿੱਚ ਮੁੱਠਭੇੜ ਦੀ ਚੱਲਦੀ ਹੈ, ਉੱਚੀ ਉੱਚੀ ਬੋਲਦੇ ਨੇ, ਦੋਨੇ ਪਾਸੇ ਜਿੱਦ ਹੈ। ਬ੍ਰਾਹਮਣ ਆਪਣੀ ਗੱਲ ਸਮਝਾਉਣੀ ਚਾਹੁੰਦਾ ਹੈ, ਖੱਤਰੀ ਸਮਝਣੀ ਚਾਹੁੰਦਾ ਨਹੀਂ। ਜਾਚੇ ਕਿਤਕ ਨਹੀਂ ਤੇ ਪਾਸੇ, ਦਵਿਜ ਕੀ ਦਸ਼ਾ ਦੇਖੇ ਅਬਨਾਸੇ। ਹੁਣ ਇਹ ਲੱਕੜੀ ਦੇ ਪੁਲ ਉੱਤੇ ਸਭ ਕੁਝ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਆਏ, ਮਹਾਰਾਜ ਤਮਾਸ਼ਾ ਵੇਖ ਰਹੇ ਆ। ਬ੍ਰਾਹਮਣ ਨੇ ਆਖਰਕਾਰ ਆਪਣੀ ਪੋਟਲੀ ਦੇ ਵਿੱਚੋਂ 2 ਪੈਸੇ ਕੱਢੇ। ਉਹਨਾਂ ਸਮਿਆਂ ਦੀ ਮਾਇਆ ਕਹਿੰਦਾ ਇਹ ਵੀ ਰੱਖ ਲੈ। ਕਹਿੰਦਾ ਨਾ, ਪੈਸੇ ਲੱਗਣੇ ਪੂਰੇ, ਵਰਨਾ ਹੀ ਵਾਪਸ। ਉਹ ਕਹਿੰਦਾ ਲੈਸ ਕਰ ਦੇ, ਥੋੜੇ ਜਿਹੇ ਘਟਾ ਦੇ। ਫੇਰ ਕੀ ਹੈ, ਮਾਂ ਏ, ਗਊ ਮਾਤਾ ਏ। ਕਹਿੰਦਾ ਬਿਲਕੁਲ ਨਹੀਂ। ਜੇ ਅੱਜ ਮੈਂ ਤੇਰੇ ਨਾਲ ਇੱਥੇ ਲਿਹਾਜ਼ ਕਰਨ ਲੱਗ ਗਿਆ ਧਰਮ ਦੇ ਨਾਂ ਤੇ, ਫਿਰ ਤੇ ਸਾਰੀ ਦੁਨੀਆ ਧਰਮੀ, ਮੇਰਾ ਤਾਂ ਕੰਮ ਨਹੀਂ ਕਰਨਾ। ਪਰ ਬ੍ਰਾਹਮਣ ਆਪਣੀ ਬੋਲੀ ਵਿੱਚ ਸਮਝਾਵੇ ਵੀ ਤੂੰ ਜਾਣ ਦੇ, ਥੋੜੇ ਪੈਸੇ ਮੇਰੇ ਤੋਂ ਲੈ ਲਾ, ਧਰਮ ਦੀ ਲਿਹਾਜ਼ ਕਰ ਲੈ। ਖੱਤਰੀ ਕਹਿੰਦਾ ਇਹ ਕੰਮ ਨਹੀਂ ਹੋ ਸਕਦਾ। ਧਰਮ ਰਿਹਾ ਮੰਦਰ ਦਾ, ਮੰਦਰ ਤੋਂ ਬਾਹਰ ਨਹੀਂ। ਲੋਕ ਝੋਲ ਚੱਲਦੀ ਰਹੀ। ਗੁਰੂ ਸਾਹਿਬ ਵੇਖਦੇ ਰਹੇ, ਬ੍ਰਾਹਮਣ ਦੇ ਹੱਥ ਗਾਂ ਦੀ ਡੋਰ ਹੈ, ਉਹਦੀ ਰੱਸੀ ਫੜੀ ਹੋਈ ਹੈ, ਪਰ ਗਾਂ ਇਸ ਪਲਾਜੀ ਨੂੰ ਪਾਰ ਨਹੀਂ ਕਰ ਸਕਦੀ, ਪੁੱਲ ਤੇ ਨਹੀਂ ਚੜ੍ਹ ਸਕਦੀ। ਰੌਲਾ ਪੈਂਦਾ ਰਿਹਾ। ਮਰਦ ਕੋਲ ਆਏ, ਵੇਖਿਆ ਵੀ ਗਊ ਵਿਚਾਰੀ ਦਾ ਕੀ ਕਸੂਰ ਹੈ, ਤੇ ਦਰਵੇਸ਼ ਹੈ, ਪਸ਼ੂ ਹੈ। ਤੇ ਬ੍ਰਾਹਮਣ ਕਹਿੰਦਾ ਮਰਦ ਨੂੰ ਵੇਖ ਕੇ, ਵੇਖੋ ਫਕੀਰ ਜੀ, ਮੈਂ ਇਹਨਾਂ ਨੂੰ ਮਾਇਆ ਦਿੰਦਾ, ਪ੍ਰਵਾਨ ਨਹੀਂ ਕਰਦੇ। ਮੇਰੇ ਕੋਲ ਜਿੰਨੀ ਮਾਇਆ ਮੈਂ ਦੇ ਰਿਹਾ, ਮੇਰੇ ਕੋਲ ਸਾਰੀ ਮਾਇਆ ਨਹੀਂ ਹੈ, ਇਹ ਪੂਰੀ ਵਸੂਲੀ ਮੰਗਦੇ ਨੇ। ਚੌਂਕਾ ਧੋਤੀ ਟਿੱਕਾ ਮਾਲਾ, ਭਲੇ ਬਣਾਉ ਲਖਿਓ ਕਿਰਪਾਲਾ। ਉਸ ਵੇਲੇ ਗਾਂ ਦੇ ਫਾਇਦੇ ਦੱਸਦਾ ਬ੍ਰਾਹਮਣ। ਕਹਿੰਦਾ ਧੋਤੀ ਲਾਈ ਫਿਰਦਾ ਤੂੰ, ਟਿੱਕਾ ਤੇਰੇ ਮੱਥੇ ਲੱਗਾ ਹੋਇਆ ਹੈ,
ਹੱਥ 'ਚ ਮਾਲਾ ਵੀ ਗਲ 'ਚ ਪਾਈ ਫਿਰਦਾ ਹੈ। ਓਏ ਗਾਂ ਦਾ ਗੋਹਾ ਤੂੰ ਚੁੱਲ੍ਹਾ ਵੀ ਲਿਪਦਾ ਹੈ ਖੱਤਰੀਆ। ਅੱਜ ਉਸੇ ਗਾਂ ਨੂੰ ਜਿਹੜੀ ਧਰਮ ਦੀ ਨਿਸ਼ਾਨੀ ਹੈ ਤੇ ਤੂੰ ਕਹਿੰਦਾ ਪੈਸੇ ਦੇਗਾ ਤੇ ਪਾਰ ਹੋਊਗੀ ਤੇ ਨਹੀਂ ਜਾ ਸਕਦੀ। ਕਹਿੰਦਾ ਧਰਮ ਧਰਮ ਦੀ ਗੱਲ ਪਾਸੇ ਕਰ, ਇੱਥੇ ਮੇਰਾ ਕਰਮ ਹੈ, ਇੱਥੇ ਧਰਮ ਨਹੀਂ ਹੈ। ਮੈਂ ਮਾਇਆ ਤੇਰੇ ਤੋਂ ਲੈਣੀ, ਗਾਂ ਪਾਰ ਤਾਂ ਹੋ ਨਹੀਂ ਹੋਣੀ ਨਹੀਂ। ਗੁਰੂ ਸਾਹਿਬ ਹੱਸੇ ਕਹਿੰਦੇ ਵੇਖ ਵਾਲਿਆ ਆ ਸੰਸਾਰ ਆਖੋ ਸਤਨਾਮ ਇਹ ਹੈ ਸੰਸਾਰ। ਕਿਹੜੇ ਧਰਮਾਂ ਦੀ ਗੱਲਾਂ ਕਰਦੇ ਫਿਰਦੇ? ਧਰਮ ਨਹੀਂ ਮਾੜੇ, ਬੰਦਾ ਧਰਮੀ ਬਣਿਆ ਹੀ ਨਹੀਂ ਅਜੇ। ਬ੍ਰਾਹਮਣ ਹੈ ਧਰਮੀ ਕਹਾਉਂਦਾ ਹੈ, ਕਹਾਵਾ ਧਰਮੀ ਖੱਤਰੀ ਵੀ ਹੈ, ਪਰ ਦੋਨਾਂ ਦੇ ਵਿੱਚ ਧਰਮ ਨੇੜੇ ਤੇੜੇ ਦਿਸਦਾ ਨਹੀਂ। ਵਿਪਰ ਗਊ ਕੀ ਮੋਚਨ ਰੋਕਾ, ਤਿਸ ਪਰ ਸ਼੍ਰੀ ਗੁਰ ਕਹਿਓ ਸਲੋਕਾ। ਜਿਸ ਵੇਲੇ ਲੜਾਈ ਬਹੁਤੀ ਵਧੀ, ਖੱਤਰੀ ਮਰਦ ਕੋਲੇ ਆਇਆ ਚੱਲ ਕੇ, ਕਹਿੰਦਾ ਵੇਖੋ ਸਾਈਂ ਫਕੀਰ ਜੀ, ਬ੍ਰਾਹਮਣ ਧਰਮੀ ਬੰਦਾ ਇੰਨੇ ਪੈਸੇ ਇਕੱਠੇ ਕਰਦਾ ਹੈ, ਉਹਦੇ ਪੈਸੇ ਦੁੱਗਣੇ ਵੀ ਇਹ ਕਹਾਵਤ ਕਰਦਾ ਕਿੰਨੀ ਮਾਇਆ ਇਕੱਠੀ ਕਰ ਲੈਂਦਾ, ਬਸ ਇੱਕ ਦੂਜੇ ਦੀਆਂ ਜੇਬਾਂ ਵੱਡੀਆਂ ਲੱਗਦੀਆਂ, ਰੋਂਦੇ ਸਾਰੇ ਫਿਰਦੇ ਆ। ਖੱਤਰੀ ਕਹਿੰਦਾ ਜੀ ਇਹਦਾ ਫਰਜ਼ ਬਣਦਾ, ਇਹਨੇ ਸਾਰੀ ਜ਼ਿੰਦਗੀ ਮਾਇਆ ਇਕੱਠੀ ਕੀਤੀ, ਕਦੇ ਦਾਨ ਦਿੱਤਾ ਇਹਨੇ? ਬ੍ਰਾਹਮਣ ਹਮੇਸ਼ਾ ਦਾਨ ਲੈਣਾ ਜਾਣਦਾ, ਦੇਣਾ ਥੋੜ੍ਹੀ ਜਾਣਦਾ। ਬ੍ਰਾਹਮਣ ਕਹਿੰਦਾ ਜੀ ਇਹ ਧਰਮੀ ਬੰਦਾ, ਇਹ ਘਰੇ ਬੁਲਾਉਂਦੇ ਨੇ, ਸਾਰਾ ਕੁਝ ਕਰਦੇ ਆ ਤੇ ਪੈਸੇ ਨਹੀਂ ਛੱਡਦੇ ਇੱਥੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋਨਾਂ ਦੀ ਦਸ਼ਾ ਵੇਖੀ ਤੇ ਤਰਸ ਕੀਤਾ, ਇਹਨਾਂ ਦੀ ਮੂਰਖਤਾ ਤੇ ਤਰਸ ਕੀਤਾ। ਧਰਮੀ ਤੇ ਖੱਤਰੀ ਬਹੁਤ ਵੱਡਾ ਤੇ ਧਰਮੀ ਬ੍ਰਾਹਮਣ ਬਹੁਤ ਵੱਡਾ ਹੈ, ਚੰਗਾ ਨਾਮ ਹੈ। ਉਹ ਕਹਿੰਦਾ ਗੁਰਦੇਵ ਮੈਂ ਇਹਦੀ ਗਾਂ ਨੂੰ ਇਸ ਪੁਲ ਤੋਂ ਪਾਰ ਨਹੀਂ ਹੋਣ ਦੇਣਾ, ਕਿਉਂਕਿ ਇਸ ਵੇਲੇ ਗਾਂ ਇੱਕ ਪਸ਼ੂ ਹੈ, ਚੁੰਗੀ ਪਾਰ ਕਰ ਰਹੀ ਲੱਗੇਗੀ। ਤੇ ਗੁਰੂ ਸਾਹਿਬ ਨੇ ਉਸੇ ਵੇਲੇ ਸੁਭਾਵਿਕ ਰਸਨਾ ਤੋਂ ਅੰਮ੍ਰਿਤ ਬਚਨ ਉਸ ਥਾਂ ਤੇ ਉਚਾਰਨ ਕੀਤਾ ਹੈ। ਅੱਜ ਤੋਂ 10 ਸਾਲ ਪਹਿਲਾਂ ਇਹ ਥਾਂ ਸੁਭਾਏਮਾਨ ਸੀ ਜਿੱਥੇ ਮਹਾਰਾਜ ਨੇ ਸ਼ਬਦ ਉਚਾਰਿਆ। ਅੱਜ ਵੀ ਇਹ ਧਰਤੀ ਸੁਲਤਾਨਪੁਰ ਵਿੱਚ ਹੈ ਇਹ ਥਾਂ ਜਿੱਥੇ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਹੈ, ਪਰ ਅਜੇ ਤੱਕ ਵਿਵਾਦ ਚੱਲਦਾ ਉੱਥੇ ਗੁਰਦੁਆਰਾ ਕਿਹੜੇ ਪਾਸੇ ਬਣਾਇਆ ਜਾਵੇ, ਸੱਜੇ ਪਾਸੇ ਜਾਂ ਖੱਬੇ ਪਾਸੇ। ਬਸ ਸਾਡੇ ਤੇ ਡਾਂਗੋ ਡਾਂਗੀ ਇਸੇ ਕੰਮ ਹੋਈ ਜਾਣਾ ਸੀ। ਜਿੱਥੇ ਗੁਰੂ ਸਾਹਿਬ ਇਹ ਸ਼ਬਦ ਉਚਾਰਨ ਕਰ ਰਹੇ ਨੇ ਉਹ ਥਾਂ ਕਿੰਨੀ ਭਾਗਾਂ ਵਾਲੀ ਹੋਣੀ। ਮਹਾਰਾਜ ਕਿਰਪਾ ਕਰਨ, ਆਸ ਹੈ ਬਹੁਤ ਛੇਤੀ ਇਸ ਥਾਂ ਉੱਤੇ ਅਸਥਾਨ ਬਣੇ। ਉਹ ਪੁਰਾਣਾ ਪੁਲ ਵੀ ਮੌਜੂਦ ਸੀ, ਕਈਆਂ ਨੇ ਲੱਕੜ ਦਾ ਲਿਖਿਆ ਤੇ ਕਈਆਂ ਨੇ ਲਿਖਿਆ ਸਰਹੱਦੀ ਇੱਟਾਂ ਦਾ। ਉਸ ਸਮੇਂ ਬਣਿਆ ਹੋਇਆ ਸੀ, ਕਿਉਂਕਿ ਨਵਾਬ ਦਾ ਰਾਜ ਪੁਲ ਤੇ ਹੋਣਗੇ ਨਾ, ਉਹਨਾਂ ਸਮਿਆਂ ਦੇ ਪੁਲ ਹੁੰਦੇ ਸੀ, ਬਾਬਰ ਵੇਲੇ ਪੁਲ ਬਣੇ ਹੋਏ ਸੀ। ਚਲੋ ਕੱਚਾ ਹੋਵੇ ਜਾਂ ਹੋਵੇ ਪੱਕਾ, ਅੱਜ ਵੀ ਇਸ ਪੁਲ ਦੇ ਅਵਸ਼ੇਸ਼ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੌਜੂਦ ਹਨ। ਬਸ ਬਲਡੋਜ਼ਰ ਬਾਬੇ ਕਹਿੰਦੇ ਢਾਹ ਕੇ ਅਸੀਂ ਨਵਾਂ ਬਣਾਉਣਾ, ਆਖੋ ਸਤਿਨਾਮ। ਰੌਲਾ ਇਹ ਹੈ, ਅਸਥਾਨ ਅੱਜ ਵੀ ਹੈ, ਕਦੇ ਸਮਾਂ ਪਿਆ ਤੇ ਜ਼ਰੂਰ ਪੁੱਛ ਕੇ ਦਰਸ਼ਨ ਕਰਕੇ ਆਏ। ਹੁਣ ਗੁਰੂ ਸਾਹਿਬ ਨੇ ਉਸ ਵੇਲੇ ਚੌਂਕੜਾ ਲਾ ਕੇ ਅੰਮ੍ਰਿਤ ਰਸਨਾ ਤੋਂ ਅੰਮ੍ਰਿਤ ਬਚਨ ਉਚਾਰਨ ਕੀਤਾ ਏ। ਸ਼ਲੋਕ ਮਹਲਾ ਪਹਿਲਾ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਕਰਨ ਨ ਜਾਈ। ਸ਼ਲੋਕ ਮਹੱਲਾ ਪਹਿਲਾ, ਨਿਤ ਆਪ ਦੀ ਆਸਾ ਜੀ ਕੀ ਵਾਰ ਵਿੱਚ ਸਰਵਣ ਕਰਦੇ ਹੋ। ਅੱਜ ਖੁੱਲ ਕੇ ਅਰਥ ਸੁਣ ਕੇ, ਗਊ ਬ੍ਰਾਹਮਣ ਦੋ ਚੀਜ਼ਾਂ ਨੇ, ਇੱਕ ਗਾਂ ਦੂਜਾ ਬ੍ਰਾਹਮਣ। ਮਰਦ ਕਹਿੰਦੇ ਗਊ ਬ੍ਰਾਹਮਣ ਕਾਓ ਕਰਨਾ ਮੈਂ ਟੈਕਸ। ਅੱਜ ਵੀ ਟੈਕਸ ਸ਼ਬਦ ਦੀ ਪੰਜਾਬੀ ਕਰੀਏ ਤੇ ਕਰ ਲਿਖਿਆ ਹੁੰਦਾ। ਗਊ ਬ੍ਰਾਹਮਣ ਕਾਓ ਕਰ ਲਾਵੇ, ਗੋਬਰ ਕਰਨਾ ਨਾ ਚਾਹੀਏ। ਮਰਦ ਕਹਿੰਦੇ ਓਏ ਖੱਤਰੀਆ ਸੰਬੋਧਨ ਕਰਕੇ, ਗਾਂ ਤੇ ਬ੍ਰਾਹਮਣ ਨੂੰ ਟੈਕਸ ਲਾਉਣ ਲੱਗਾ ਹੋਇਆ, ਕਰ ਲਾਉਣ ਲੱਗਾ ਹੋਇਆ ਵੀ ਚੁੰਗੀ ਲਾ ਦਿਆਂ ਪਾਰ ਨਹੀਂ ਹੋਊਗੀ। ਤੇ ਕਹਿੰਦੇ ਜਦੋਂ ਧਰਮ ਦਾ ਕੰਮ ਹੋਊਗਾ ਤੇ ਉਦੋਂ ਚੌਂਕਾ ਚੁੱਲ੍ਹਾ ਲਿਪੀ ਫਿਰੇਗਾ ਇਸੇ ਗਾਂ ਦੇ ਗੋਹੇ ਨਾਲ। ਗੋਬਰ ਕਰਨ ਨਾ ਜਾਈ, ਗੋਬਰ ਕਹਿੰਦੇ ਗੋਹਾ ਹਿੰਦੀ ਵਿੱਚ, ਕਹਿੰਦੇ ਇਸ ਗੋਹੇ ਨੇ ਤੈਨੂੰ ਤਾਰਨਾ ਨਹੀਂ। ਅੱਜ ਬੜੇ ਤੁਰੇ ਫਿਰਦੇ ਆ, ਗੋਹੇ ਦੇ ਫਾਇਦੇ ਦੱਸਦੇ ਆ, ਬਸ ਮੂਤ ਪੀਣ ਦੇ ਫਾਇਦੇ ਦੱਸਦੇ ਆ। ਹੁਣ ਤੇ ਇੰਨਾ ਇੰਡੀਆ ਡਿਜੀਟਲ ਹੋ ਗਿਆ, ਕਦੇ ਗਾਂ ਦਾ ਮੂਤ 90 ਰੁਪਏ ਲੀਟਰ ਸੀ, ਹੁਣ ਫਲੇਵਰ ਵੀ ਆ ਗਏ। ਕਰ ਲਓ ਕਿਉਂ ਮੰਗਦਾ, ਦੱਸੋ ਕਿਹੜਾ ਪੀਣਾ? ਪਾਈਨਐਪਲ, ਔਰੇਂਜ, ਬਨਾਨਾ। ਕਿੱਥੇ ਖੜੀ ਆ ਦੁਨੀਆ, ਕਿਹੜੇ ਪਾਸੇ ਜ਼ਮਾਨਾ ਤੁਰਿਆ ਫਿਰਦਾ ਹੈ। ਮਰਦ ਕਹਿੰਦੇ ਗੋਹੇ ਨਾਲ ਤੂੰ ਆਪਣਾ ਸਭ ਕੁਝ ਲਿਪੀ ਫਿਰਦਾ ਹੈ, ਮੂੰਹ ਸਿਰ ਤੇ ਵੀ ਲਾ ਲੈਨੇ, ਗੋਬਰ ਕਰਨਾ ਨਾ ਜਾਈ। ਕਹਿੰਦੇ ਤੈਨੂੰ ਇਸ ਗੋਹੇ ਨੇ ਤਾਰਨਾ ਨਹੀਂ, ਕਿਉਂਕਿ ਗੋਹੇ ਨੂੰ ਪ੍ਰਗਟ ਕਰਨ ਵਾਲੀ
ਗੋਹਾ ਬਣਾਉਣ ਵਾਲੀ ਗਾਂ ਜੋ ਘਾਹ ਖਾ ਰਹੀ, ਗੋਬਰ ਬਣਾ ਰਹੀ ਹੈ, ਉਹਦੇ ਤੇ ਤੂੰ ਟੈਕਸ ਲਾਈ ਫਿਰਦਾ ਤੇ ਉਹਦਾ ਗੋਹਾ ਤੈਨੂੰ ਕਿੱਥੋਂ ਰਾਜੂਗਾ? ਬੜੀ ਗਹਿਰੀ ਗੱਲ ਮਨ ਨੇ ਕੀਤੀ ਜੀ, ਅਰਥ ਖੋਲੀ ਹੋਰ ਲਿਖੂਗੇ ਨਾ। ਮੈਂ ਕੋਸ਼ਿਸ਼ ਕਰਦਾ ਕੇਵਲ ਕਿਉਂਕਿ ਸ਼ਬਦ ਵੱਡਾ ਹੈ ਵੀ ਆਪਾਂ ਅੱਖਰੀ ਅਰਥ ਕਰ ਲਈਏ ਜਿਹਦੇ ਵਿੱਚ ਸੌਖਾ ਸਮਝ ਆਵੇ। ਤਿੰਨ ਤਰ੍ਹਾਂ ਦੇ ਅਰਥ ਹੁੰਦੇ ਆ, ਅਨੁਭਵ, ਭਾਵ, ਅੱਖਰੀ। ਤੇ ਅੱਖਰੀ ਅਰਥਾਂ ਵਿੱਚ ਵੀ 90 ਪ੍ਰਕਾਰ ਦੀਆਂ ਨੀਤੀਆਂ ਹੁੰਦੀਆਂ। ਕਿਹੜਾ ਸ਼ਬਦ ਕਿਹੜੇ ਵਿਧਾਨ 'ਚ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੋਬਰ ਧਰਮ ਨਾ ਜਾਈ ਖਤਰੀਆ, ਤੈਨੂੰ ਗੋਹੇ ਨਹੀਂ ਖਾਣਾ। ਜੇ ਤੂੰ ਸੋਚੇ ਨਾ ਵੀ ਚੌਂਕਾ ਚੁੱਲ੍ਹਾ ਲਿਪ ਕਰਕੇ ਮੇਰਾ ਉਧਾਰ ਹੋ ਜਾਊਗਾ, ਨਹੀਂ ਭਾਈ, ਗੋਹੇ ਨੂੰ ਜਨਮ ਦੇਣ ਵਾਲੀ ਗਾਂ ਤੇ ਤੂੰ ਕਰ ਲਈ ਫਿਰਦਾ, ਟੈਕਸ ਲਈ ਫਿਰਦਾ। ਫਿਰ ਤੂੰ ਆਖੇ ਮੈਨੂੰ ਗਊ ਮਾਂ ਤਾਰ ਦੇਗੀ, ਐਸਾ ਕਦੇ ਨਹੀਂ ਹੋਣਾ। ਧੋਤੇ ਟਿੱਕਾ ਤੇ ਜਪ ਮਾਲੇ, ਧਾਨ ਮਲੇਛਾਂ ਖਾਏ। ਅਗਲਾ ਬਚਨ ਗੁਰੂ ਸਾਹਿਬ ਨੇ ਬੜਾ ਕਰਾਰਾ ਆਖਿਆ ਹੈ, ਕਹਿੰਦੇ ਧੋਤੀ ਟਿੱਕਾ ਤੈ ਜਪ ਮਾਲੀ। ਆ ਧੋਤੀ ਲਾਈ ਫਿਰਦਾ, ਤੇਰੇ ਤੇ ਬ੍ਰਾਹਮਣ ਚ ਫਰਕ ਕੋਈ ਨਹੀਂ। ਵਾਸੇ ਟਿੱਕਾ ਲਾਇਆ ਮੈਂ ਫਿਰ ਬ੍ਰਾਹਮਣ ਦੇ ਵੀ ਲੱਗਾ, ਖੱਤਰੀਆ ਤੇਰੇ ਵੀ ਲੱਗਾ। ਜਪ ਮਾਲੀ, ਹੱਥ 'ਚ ਵੀ ਮਾਲਾ ਪਾਈ ਫਿਰਦਾ, ਗਲ 'ਚ ਵੀ ਪਾਈ ਫਿਰਦਾ। ਜਪ ਮਾਲੀ ਤੋਂ ਭਾਵ ਜਪਣ ਵਾਲੀ ਮਾਲਾ। ਅਗਲੇ ਅੱਗੇ ਮਹਾਰਾਜ ਨੇ ਕੀ ਕਹਿਤਾ? ਧਾਨ ਮਲੇਛਾਂ ਖਾਈ। ਕਹਿੰਦੇ ਮਲੇਸ਼ ਨਾਮ ਹੈ ਜਿਹੜਾ ਬੰਦਾ ਧਰਮੀ ਨਹੀਂ ਹੋ ਸਕਦਾ, ਪਾਪੀ ਹੈ। ਇਹ ਖੱਤਰੀਆ ਮਲੇਸ਼ ਸਮੇਂ ਦੇ ਨਵਾਬ ਮੁਗਲ ਲੋਕ, ਉਹਨਾਂ ਦਾ ਧਾਨ, ਉਹਨਾਂ ਦੇ ਪੈਸੇ ਤੇ ਨੌਕਰੀ ਕਰਦੇ ਨੇ। ਉਹਨਾਂ ਨੇ ਗਊ ਤੇ ਟੈਕਸ ਲਾਇਆ ਹੋਇਆ ਤੇ ਤੂੰ ਆਪਣੀ ਗਾਂ ਤੇ ਲਿਹਾਜ਼ ਵੀ ਨਹੀਂ ਕਰਦਾ ਵੀ ਚਲੋ ਮੇਰੇ ਧਰਮ ਦਾ ਹੀ ਚਿੰਨ੍ਹ ਹੈ। ਜੇ ਸਮੇਂ ਦੇ ਨਵਾਬ ਨੇ ਟੈਕਸ ਲਾਇਆ ਹੋਇਆ ਵੀ ਹਿੰਦੂਆਂ ਤੇ ਟੈਕਸ ਲਾਓ, ਕੋਈ ਗੱਲ ਨਹੀਂ, ਤੂੰ ਤੇ ਮਾੜੀ ਮੋਟੀ ਲਿਹਾਜ਼ ਕਰ ਸਕਦਾ ਸੀ ਵੀ ਮੈਂ ਹਿੰਦੂ, ਮੇਰਾ ਧਰਮ ਭਾਈ ਹੈ। ਮਰਦ ਕਹਿੰਦੇ ਮੱਤ ਮਾਰੀ ਹੈ ਤੇਰੀ, ਮਲੇਛਾਂ ਦਾ ਧਾਨ ਖਾ ਕੇ। ਧਾਨ ਸਮਝਦੇ ਹੋ ਤੁਸੀਂ? ਪੂਜਾ ਦਾ ਧਾਨ, ਮਤਲਬ ਮਾਇਆ। ਕਿਹੜੀ ਮਾਇਆ? ਜੋ ਨਜਾਇਜ਼ ਹੈ। ਹੱਥੀ ਕਰਕੇ ਕਿਰਤ ਖਾਧੀ ਕਦੇ ਬਿਮਾਰੀ ਨਹੀਂ ਲਾਉਂਦੀ। ਬਗਾਨੇ ਦੀ ਪੈਸੇ ਮਾਇਆ, ਬਗਾਨੇ ਦੀ ਕਮਾਈ। ਜਿੱਦਣ ਤੁਸੀਂ ਆਪਣੇ ਘਰ ਲੈ ਆਓਗੇ ਸਮਝੋ ਹੱਡੀਆਂ ਗਲ ਜਾਣਗੀਆਂ, ਔਲਾਦ ਜੜੀ ਬਹਿ ਜੂਗੀ। ਮਰਦ ਕਹਿੰਦੇ ਮਲੇਛਾਂ ਦਾ ਧਾਨ ਚੱਕੀ ਹੋ, ਤੂੰ ਤੇਰੀ ਬਿਰਤੀ ਸ਼ੁੱਧ ਕਿੱਥੋਂ ਹੋ ਸਕਦੀ? ਤੂੰ ਗਾਂ ਤੇ ਤਰਸ ਕਿੱਥੋਂ ਕਰ ਸਕਦਾ ਹੈ? ਤੇਰੇ ਤੇ ਧਾਨ ਮਾੜਾ ਹੈ, ਤੇਰੀ ਤੇ ਖੁਰਾਕ ਮਾੜੀ ਹੈ, ਤੇਰਾ ਤੇ ਭੋਜਨ ਮਾੜਾ ਹੈ। ਤੂੰ ਮੁਗਲਾਂ ਕੋਲ ਆ ਕੇ ਤਨਖਾਹ ਲੈਂਦਾ, ਕੀ ਹੁਣ ਨੌਕਰੀ ਨਹੀਂ ਕਰਨੀ ਚਾਹੀਦੀ? ਇਹ ਸਵਾਲ ਹੈ ਕਿ ਗੁਰੂ ਸਾਹਿਬ ਇਹ ਕਹਿੰਦੇ ਆ ਤੂੰ ਮਲੇਛਾਂ ਦਾ ਧਾਨ ਖਾਨਾ, ਮਲੇਛ ਮੁਗਲ ਹੋ ਗਏ ਜਿਹੜੇ ਪਾਪ ਕਰਦੇ ਰਾਜੇ ਮਹਾਰਾਜੇ, ਨੌਕਰੀ ਨਹੀਂ। ਫਿਰ ਗੁਰੂ ਨਾਨਕ ਸਾਹਿਬ ਦੇ ਕਿੰਨੇ ਸਿੱਖ ਸੀ ਜਿਹੜੇ ਬਾਬਰ ਕੋਲ ਨੌਕਰੀ ਕਰਦੇ ਸੀ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕਿੰਨੇ ਸਿੰਘ ਸਨ ਜਿਹੜੇ ਔਰੰਗਜ਼ੇਬ ਦੇ ਦਰਬਾਰ ਵਿੱਚ ਨੌਕਰੀ ਕਰਦੇ ਸੀ? ਕਿ ਨੌਕਰੀ ਮਾੜੀ ਹੈ? ਨਹੀਂ। ਜੇ ਸਾਨੂੰ ਕੋਈ ਇਹ ਸਵਾਲ ਕਰਦੇ ਕੀ ਜਵਾਬ ਦੇਵੋਗੇ? ਮਹਾਰਾਜ ਸ਼ਬਦ ਦੇ ਸੰਦਰਭ ਵਿੱਚ ਉਚਾਰਨ ਕਰ ਰਹੇ ਨੇ, ਕਹਿੰਦੇ ਮਲੇਛਾਂ ਦਾ ਧਾਨ ਲੈ ਕੇ ਖਾਣਾ ਹੈ, ਗਾਂ ਉੱਤੇ ਟੈਕਸ ਲਾਉਣਾ ਹੈ ਤੇ ਤੈਨੂੰ ਗੋਹੇ ਦੇ ਤਾਰਨਾ ਨਹੀਂ। ਇਹ ਅਰਥ ਬਹੁਤ ਗਹਿਰੇ ਆ। ਹਰ ਗੱਲ ਦੇ ਕਈ ਸਵਾਲ ਤੇ ਕਈ ਜਵਾਬ। ਗੁਰਬਾਣੀ ਪੜ੍ਹੋਗੇ ਇੱਕ ਪਾਸੇ ਮਹਾਰਾਜ ਇਹ ਵੀ ਕਹਿਣਗੇ ਭਾਈ ਇਹ ਜਿਹੜਾ ਸੰਸਾਰ ਹੈ ਨਾ ਝੂਠ ਹੈ, ਇਹ 'ਚ ਕੱਖ ਨਹੀਂ ਹੈ, ਇਹ ਸੁਪਨਾ ਹੈ। ਤੇ ਦੂਜੇ ਪਾਸੇ ਗੁਰੂ ਸਾਹਿਬ ਨੇ ਇਹ ਕਹਿਣਾ ਭਾਈ ਇਹ ਵਿਸ ਸੰਸਾਰ ਤੂੰ ਜੇ ਦੇਖਦਾ ਇਹੋ ਹਰ ਦਾ ਰੂਪ ਹੈ, ਹਰ ਰੂਪ ਨਜ਼ਰ ਹੀ ਆਇਆ। ਕਹਿੰਦੇ ਆ ਸੰਸਾਰ ਤੇ ਰੱਬ ਦਾ ਰੂਪ ਹੈ, ਰੱਬ ਇਹਦੇ ਵਿੱਚ ਵਸਦਾ ਹੈ, ਸੰਸਾਰ ਪਰਮਾਤਮਾ ਹੈ, ਉਹਦੀ ਅੰਸ਼ ਹੈ। ਇੱਕ ਪਾਸੇ ਮਹਾਰਾਜ ਕਹਿੰਦੇ ਦ੍ਰਿਸ਼ਟਮਾਨ ਹੈ ਸਰਵ, ਦੁਨੀਆ ਝੂਠੀ ਹੈ, ਸੰਸਾਰ ਸੁਪਨਾ ਹੈ, ਇੱਥੇ ਤੇਰਾ ਕੋਈ ਨਹੀਂ, ਕਿਉਂ ਭਰਮਿਆ ਫਿਰਦਾ ਹੈ? ਇਹ ਅਵਸਥਾ ਕਰਕੇ ਬਚਨ ਕਹੀ ਤੇ ਗਹਿਰੇ ਬਹੁਤ ਨੇ, ਸਾਡੀ ਸਮਝ ਤੋਂ ਪਰੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੂੰ ਮਲੇਛਾਂ ਤੋਂ ਧਾਨ ਲੈ ਕੇ ਖਾਣਾ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ, ਤੇਰਾ ਉਧਾਰ ਕਿੱਥੇ ਹੋਏਗਾ? ਤੇਰੇ ਤੇ ਜੀਵਨ ਵਿੱਚ, ਤੇਰੀ ਕਿਰਤ ਵਿੱਚ ਪਾਪ ਦੀ ਕਮਾਈ ਹੈ। ਅੰਤਰ ਪੂਜਾ ਪੜੈ ਕਤੇਬਾ, ਸੰਜਮ ਤੁਰਕ ਪਾਈ। ਸੱਚੇ ਪਾਤਸ਼ਾਹ ਕਹਿੰਦੇ ਓਏ ਖੱਤਰੀਆ ਚਲਾਕੀਆਂ ਕਰਦਾ ਹੈ, ਅੰਤਰ ਪੂਜਾ ਘਰੇ ਬਹਿ ਕੇ ਪੂਜਾ ਕਰਦਾ ਹੈ, ਗੀਤਾ ਤੇ ਰਮਾਇਣ ਦੀ ਪੜ੍ਹੇ ਕਤੇਬਾ। ਹੁਣ ਪੂਜਾ ਹੁੰਦੀ ਹੈ ਸਨਾਤਨ ਮਤ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਕਤੇਬਾਂ ਕਿਹਨਾਂ ਦੀਆਂ ਨੇ ਜੀ? ਇਸਲਾਮ ਦੀਆਂ। ਅੰਜੀਲ, ਤੁਰੇਤ, ਜ਼ਬੂਰ, ਕੁਰਾਨ, ਇਹ 4 ਕਿਤਾਬਾਂ ਨੇ ਜਿਨ੍ਹਾਂ ਨੂੰ ਕਤੇਬਾਂ ਕਿਹਾ ਜਾਂਦਾ। ਮਹਾਰਾਜ ਕਹਿੰਦੇ ਅੰਤਰ ਪੂਜਾ ਪੜ੍ਹੇ ਕਤੇਬਾ, ਸੰਜਮ ਤੁਰਕਾਂ ਭਾਈ,
ਕਹਿੰਦੇ ਤੁਰਕਾਂ ਦੇ ਕੋਲ ਬਹਿਣਾ ਹੈ, ਉਹਨਾਂ ਦੀ ਕਚਹਿਰੀ ਵਿੱਚ ਜਾ ਕੇ ਅੱਲਾਹੂ ਅਕਬਰ ਆਖਣਾ ਹੈ। ਕਿਉਂਕਿ ਹੁਣ ਜਿਹੜੇ ਪੰਡਤ ਨੇ ਜੀ ਨੌਕਰੀ ਕਰਨੀ ਹੈ ਸਰਕਾਰ ਦੀ, ਤੇ ਫਿਰ ਬੋਲਣਾ ਵੀ ਉਹੀ ਪੈਣਾ। ਅੱਜ ਸਾਡੇ ਸਿੱਖ ਭਰਾ ਜਿਹੜੇ ਦੁਬਈ ਵਿੱਚ ਕੰਮ ਕਰਦੇ ਆ ਜਾਂ ਸਾਊਦੀ ਚ ਰਹਿੰਦੇ ਆ, ਉੱਥੋਂ ਦੇ ਰੂਲ ਫੋਲੋ ਨਹੀਂ ਕਰਦੇ। ਤੇ ਹੁਣ ਸਾਡੇ ਇੱਥੇ ਬ੍ਰਾਹਮਣਵਾਦ ਸਿੱਖਾਂ 'ਚ ਕਿਉਂ ਹੈ? ਕਿਉਂਕਿ ਅਸੀਂ ਭਾਰਤ ਵਿੱਚ ਰਹਿੰਦੇ ਆ, ਤੇ ਫਿਰ ਉਹ ਮੰਦਿਰਾਂ ਦਾ ਸਿਸਟਮ ਸਾਡੇ 'ਚ ਵੀ ਤੇ ਹੋਣਾ ਨਾ। ਜਿਹੜੇ ਸਿੱਖ ਪਾਕਿਸਤਾਨ ਰਹਿੰਦੇ ਆ, ਉਹਨਾਂ 'ਚ ਜਾ ਕੇ ਵੇਖੋ, ਉਹਨਾਂ ਦੀ ਰਹਿਣੀ ਬਹਿਣੀ, ਕੱਪੜੇ, ਦਾੜੀਆਂ ਮੁਸਲਮਾਨਾਂ ਵਰਗੀਆਂ ਨੇ। ਕਿਉਂ? ਕਿਉਂਕਿ ਜਿਹੜੀ ਕੰਟਰੀ ਦਾ ਜਿਹੜਾ ਧਰਮ ਵੱਡਾ ਹੋਏਗਾ, ਉੱਥੇ ਉਹਨਾਂ ਦਾ ਪ੍ਰਭਾਵ ਹੋਏਗਾ। ਤੁਸੀਂ ਥਾਈਲੈਂਡ ਚਲੇ ਜਾਓ, ਮਲੇਸ਼ੀਆ ਚਲੇ ਜਾਓ, ਉੱਥੋਂ ਦੇ ਜਿਹੜੇ ਮੁਸਲਮਾਨ ਨੇ ਜਾਂ ਉੱਥੋਂ ਦੇ ਬੁੱਧਿਸਟ ਨੇ, ਉਹਨਾਂ ਦਾ ਪ੍ਰਭਾਵ ਸਾਡੇ ਸਮੇਂ ਦੇ ਸਿੱਖਾਂ 'ਤੇ ਦਿਸਦਾ, ਪ੍ਰਭਾਵ ਦਿਸਦਾ ਉਹਨਾਂ 'ਤੇ। ਹੁਣ ਜਿਹੜੇ ਸਾਡੇ ਕੈਨੇਡਾ, ਅਮਰੀਕਾ ਵਿੱਚ, ਯੂਰਪ ਵਿੱਚ ਰਹਿੰਦੇ ਆ ਸਿੱਖ, ਉਹਨਾਂ 'ਤੇ ਕਿਹਦਾ ਪ੍ਰਭਾਵ ਹੈ? ਕ੍ਰਿਸਚਨਾਂ ਦਾ। ਕੀ ਸਾਡੇ ਸਿੱਖ ਉੱਥੇ ਕੇਕ ਨਹੀਂ ਕੱਟਦੇ? ਇੱਥੇ ਨਹੀਂ ਕੱਟਦੇ। ਕਿਹਦਾ ਇਹ ਕੰਮ? ਸਿੱਖਾਂ ਦਾ ਨਹੀਂ, ਕ੍ਰਿਸਚਨਾਂ ਦਾ। ਉਹਨਾਂ ਨੇ ਉਹਨਾਂ ਦਾ ਪ੍ਰਭਾਵ ਕਬੂਲ ਲਿਆ, ਉਹਨਾਂ ਦੀਆਂ ਰਵਾਇਤਾਂ ਸਾਡੇ ਵਿੱਚ ਆ ਗਈਆਂ। ਟੇਬਲਾਂ 'ਤੇ ਬਹਿ ਕੇ ਖਾਣੇ ਖਾਣੇ ਸਿੱਖਾਂ ਦੀ ਰਿਆਇਤ ਥੋੜ੍ਹੀ ਸੀ, ਕ੍ਰਿਸਚਨਾਂ ਦੀ ਸੀ। ਸਾਡੇ ਤਾਂ ਨਹੀਂ, ਜੋ ਕੁਛ ਉੱਥੇ ਚੱਲਦਾ ਅੱਜ ਸਾਡੇ ਗੁਰਦੁਆਰਿਆਂ ਵਿੱਚ, ਕਿਉਂਕਿ ਉਹ ਪ੍ਰਭਾਵ ਪਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਓਏ ਪੰਡਤਾ ਤੂੰ ਕੀ ਕਰਦਾ ਰਿਹਾ ਹੈ? ਕਿ ਉਹ ਖੱਤਰੀਆ ਹਾਲਤ ਤੁਹਾਡੀ ਸੇਮ ਹੈ। ਅੰਤਰ ਪੂਜਾ ਪੜੇ ਕਦੇਬਾ ਸੰਜਮ ਤੁਰਕਾਂ ਭਾਈ। ਤੁਰਕਾਂ ਨੂੰ ਭਰਾ ਸਮਝੀ ਫਿਰਦੇ ਹੋ ਮੁਸਲਮਾਨਾਂ ਨੂੰ, ਜਿਹੜੇ ਤੁਹਾਡੇ ਮੰਦਰ ਨੂੰ ਜ਼ਹਿਰ ਕਹਿੰਦੇ ਆ, ਜੋ ਤੁਹਾਡੇ ਮੰਦਰ ਨੂੰ ਵੇਖ ਨਹੀਂ ਸਕਦੇ, ਉਹਨਾਂ ਨੂੰ ਭਰਾ ਬਣਾ ਕੇ ਉਹਨਾਂ ਦੀ ਚਮਚਾਗਿਰੀ ਕਰਦੇ ਹੋ, ਖੁਸ਼ਾਮਦ ਕਰਦੇ ਹੋ। ਨਹੀਂ ਕੀਤੀ ਖੁਸ਼ਾਮਦ। 22 ਧਾਰ ਦੇ ਰਾਜੇ ਕੌਣ ਸੀ? ਔਰੰਗਜ਼ੇਬ ਦੀ ਚਮਚਾਗਿਰੀ ਕਰਨ ਵਾਲੇ। ਇੱਕ ਪਾਸੇ ਔਰੰਗਜ਼ੇਬ ਹਿੰਦੂਆਂ ਦੇ ਸਵਾ ਮਣ ਜੰਝੂ ਲਾਉਂਦਾ ਸੀ, ਖੂਨ ਡੋਲਦਾ ਸੀ। ਇਹਨਾਂ ਨਾਲ ਕਿਉਂ ਵੈਰ ਨਹੀਂ ਸੀ? ਚਮਚਾਗਿਰੀ ਕਰਦੇ ਸੀ, ਖੁਸ਼ਾਮਦ ਕਰਦੇ ਸੀ। ਮਰਦ ਕਹਿੰਦੇ ਆਪਣੇ ਘਰ ਬਹਿ ਕੇ ਟੱਲੀਆਂ ਵਜਾ ਲੈਂਦੇ ਹੋ, ਰਾਮ ਜੀ ਨੂੰ ਚੇਤੇ ਕਰਦੇ ਹੋ, ਸ਼ਿਵ ਸ਼ਿਵ ਧਿਆਉਂਦੇ ਹੋ, ਪਰ ਜਦ ਇਸਲਾਮ ਦੇ ਦਰਬਾਰ 'ਚ ਜਾਂਦੇ ਹੋ, ਉੱਥੇ ਕਤੀਬਾਂ ਪੜ੍ਹਦੇ ਹੋ। ਪੰਡਤ ਵੀ ਪੜ੍ਹਦਾ ਸੀ, ਮਰਦ ਨੇ ਉਹਨੂੰ ਵੀ ਕਿਹਾ ਵੀ ਜਿੱਦਣ ਤੂੰ ਇਸਲਾਮ ਦੇ ਦਰਬਾਰ ਵਿੱਚ ਨਵਾਬ ਕੋਲ ਜਾਂਦਾ, ਜਾ ਕੇ ਸਲਾਮ ਕਰਦੇ। ਕਿ ਔਰੰਗਜ਼ੇਬ ਬਾਦਸ਼ਾਹ, ਕਿ ਅਕਬਰ ਬਾਦਸ਼ਾਹ, ਸ਼ਾਹਜਹਾਂ, ਜਿੰਨੇ ਵੀ ਹੋਏ ਚੰਗੇਜ਼ ਖਾਂ ਤੋਂ ਲੈ ਕੇ, ਕਿ ਉਹਨਾਂ ਦੇ ਦਰਬਾਰ ਵਿੱਚ ਬ੍ਰਾਹਮਣ ਨਹੀਂ ਨੌਕਰੀ ਕਰਦੇ ਸੀ? ਕਰਦੇ ਸੀ। ਉਹ ਲੱਥੇ ਸੁਣਾਉਂਦੇ ਸੀ, ਰਮਾਇਣ ਦੀ ਕਥਾ ਸੁਣਾਉਂਦੇ ਸੀ ਔਰੰਗਜ਼ੇਬ ਨੂੰ। ਉਹ ਤਾਂ ਹੀ ਤੇ ਵੇਖਦਾ ਸੀ ਇਹਨਾਂ ਦੇ ਧਰਮ 'ਚ ਕੀ ਹੈ ਐਸਾ, ਤੇ ਮੈਂ ਕੀ ਇਹਨਾਂ ਦੀ ਕਮੀ ਕੱਢਾਂ। ਤੇ ਅੱਜ ਸਾਡੀ ਸਿੱਖੀ ਨੂੰ ਕਮਜ਼ੋਰ ਕਰਨ ਵਾਲੇ ਕੀ ਸਿੱਖਾਂ ਦੀ ਬਾਣੀ ਨਹੀਂ ਪੜ੍ਹਦੇ? ਸਹਿਜ ਪਾਠ ਵੀ ਕਰਦੇ ਆ, ਬਾਣੀ ਦੇ ਅਰਥ ਵੀ ਪੜ੍ਹਦੇ ਆ, ਬਾਣੀ ਪੜ੍ਹ ਕੇ ਵੀ ਵਿਖਾਉਂਦੇ ਆ, ਸਿੱਖੀ ਦਾ ਲਿਬਾਸ ਵੀ ਪਾਈ ਫਿਰਦੇ ਆ, ਸਾਡੀਆਂ ਸਟੇਜਾਂ 'ਤੇ ਵੀ ਬੈਠੇ ਆ। ਉਹ ਅਸੀਂ ਚਾਹ ਕੇ ਵੀ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਉਹ ਸਾਡੇ ਰੂਪ ਵਿੱਚ ਆ ਕੇ ਸਾਨੂੰ ਰਗੜ ਰਹੇ ਆ, ਸਾਨੂੰ ਖੋਖਲਾ ਕਰ ਰਹੇ ਆ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਬਚਨ ਕਹਿਤਾ ਨਾ, ਸੰਜਮ ਤੁਰਕਾਂ ਭਾਈ, ਕਹਿੰਦੇ ਸੰਜਮ ਰੱਖੀ ਫਿਰਦੇ ਹੋ, ਤੁਰਕਾਂ ਤੋਂ ਚੋਰੀ ਰੱਖਦੇ ਹੋ। ਅਸੀਂ ਘਰੇ ਬਹਿ ਕੇ ਪੂਜਾ ਕਰਦੇ ਹਾਂ ਰਮਾਇਣ ਦੀ, ਦੱਸਦੇ ਨਹੀਂ ਨਾ, ਬਾਹਰ ਕਤੀਬਾਂ ਪੜ੍ਹਦੇ, ਦਰਬਾਰ ਵਿੱਚ ਜਾ ਕੇ ਤੁਸੀਂ ਸਜਦੇ ਕਰਦੇ ਹੋ। ਛੋਡੇ ਲੈ ਪਾਖੰਡਾ ਨਾਮ ਲੈ ਜਾਹੇ ਤਰੰਦਾ। ਸਪਸ਼ਟ ਹੱਸ ਕੇ ਮਰਦ ਕਹਿੰਦੇ ਆ, ਅੰਮ੍ਰਿਤ ਬਚਨ ਉਚਾਰਨ ਲੱਗੇ, ਕਹਿੰਦੇ ਛੋਟੀ ਲੈ ਪਖੰਡਾ, ਛੱਡ ਦੇ ਓਏ ਪਖੰਡੀਆ ਪਖੰਡ, ਨਾਮ ਲੈ ਚਾਹੇ ਤਰੰਦਾ। ਕਹਿੰਦੇ ਗੋਬਰ ਤਰਨ ਨਾ ਜਾਈ, ਤੈਨੂੰ ਗਾਂ ਦੇ ਗੋਹੇ ਨੇ ਨਹੀਂ ਤਾਰਨਾ। ਨਾਮ ਜਪੇਗਾ ਤੇਰਾ ਪਾਰ ਉਤਾਰਾ ਫੇਰ ਹੋਣਾ, ਆਖੋ ਸਤਨਾਮ ਤਾਂ ਤਰੇਗਾ। ਆ ਬੜੇ ਅੱਜ ਗੋਹੇ ਦਾ ਬੈਨੀਫਿਟ ਦੱਸਣ ਵਾਲੇ ਸਾਡੇ ਕੋਲ ਕਹਿੰਦੇ ਜੀ ਇਹ 'ਚ ਕੋਈ ਨੂਰ ਹੁੰਦਾ ਹੈ, ਰੱਖ ਲਓ ਘਰੇ। ਫਿਰ ਤੇ ਜ਼ਿਮੀਂਦਾਰਾਂ ਮਰ ਗਰਭਵਤੀ ਕੋਈ ਨਹੀਂ, ਇੱਕ ਟਰਾਲੀ ਬਿਨਾਂ ਸਿਕਿਉਰਿਟੀ ਗਾਰਡਾਂ ਨੂੰ ਫਿਰਦੇ ਆ। ਕਿੰਨਾ ਅਰਬਾਂ ਖਰਬਾਂ ਦਾ ਖਜ਼ਾਨਾ ਹੈ। ਜਿਹੜਾ ਕਹਿੰਦਾ ਨਾ ਇਹ ਕੀਮਤੀ ਖਜ਼ਾਨਾ ਟਰਾਲੀ ਭਰ ਦਰਵਾਜ਼ੇ ਸੱਟੇ ਆਉਗੀ, ਰੱਖ ਲੈ, ਦਾਨ ਸਹੀ। ਪਖੰਡੀ ਹੈ ਗੋਹਾ ਕੀ ਹੈ? ਵੱਧ ਤੋਂ ਵੱਧ ਖਾਦ ਵੀ ਸਕਦਾ ਹੈ, ਪਰ ਖਵਾਉਣ ਵਾਲਿਆਂ ਨੇ ਭੂਤੀਆਂ ਬਣਾ ਕੇ ਖਵਾਇਆ ਵੀ ਲੋਕਾਂ। ਇਹ ਚੱਲਦੇ ਨੇ ਪਖੰਡ, ਇਹ ਚੀਜ਼ਾਂ ਖਾਣ ਵਾਲੀਆਂ ਥੋੜ੍ਹਾ ਨਹੀਂ। ਗੁਰੂ ਸਾਹਿਬ ਤੇ ਇਹੀ ਸਮਝਾਉਂਦੇ, ਕਹਿੰਦੇ ਛੋਟੀ ਲੈ ਪਖੰਡਾ। ਕਿਉਂ ਪਖੰਡ ਕਰਦਾ ਹੈ? ਖਾਣ ਵਾਸਤੇ ਰੱਬ ਨੇ ਤੇਰੇ ਲਈ 36 ਪ੍ਰਕਾਰ ਦੇ ਭੋਜਨ, ਧਰਤੀ ਮੇਵਿਆਂ ਨਾਲ ਲੱਦੀ ਪਈ ਹੈ, ਫਲਾਂ ਨਾਲ ਭਰੀ ਪਈ ਹੈ, ਤਰ੍ਹਾਂ ਤਰ੍ਹਾਂ ਦਾ ਅਨਾਜ ਹੈ। ਆਹ ਸਭ ਕੁਝ ਛੱਡ ਕੇ ਖਾਂਦਾ ਕੀ ਹੈ? ਗੋਹਾ। ਪੀਤਾ ਕੀ ਹੈ? ਗਊ ਮੂਤਰ। ਫਿਰ ਕੀ ਬਣੂ ਇਸ ਬੰਦੇ ਦਾ? ਮਰਦ ਕਹਿੰਦੇ ਸੀ ਪੀਣਾ ਅੰਮ੍ਰਿਤ ਹੈ ਭਾਈ, ਪੀਣਾ ਪਿਆਰ ਹੈ, ਪੀਣਾ ਪ੍ਰੇਮ ਹੈ। ਗੁਰੂ ਸਾਹਿਬ ਕਹਿੰਦੇ ਇਹ ਪਖੰਡ ਨੇ, ਪਖੰਡ ਕਰਦੇ ਆ। ਛੋਟੀ ਲੈ ਪਖੰਡਾ, ਨਾਮ ਲੱਗਿਆ ਚਾਹੇ ਤਰਦਾ। ਭਾਈ ਜਿੰਨਾ ਜਿੰਨਾ ਨਾਮ ਜਪਿਆ ਤੇ ਜਿਹੜੇ ਜਿਹੜੇ ਜਪਦੇ ਰਹਿਣਗੇ ਉਹਨਾਂ ਨੇ ਹੀ ਕਰਨਾ ਏ।
ਮਹੱਲਾ ਪਹਿਲਾ। ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ ਤਿਨ ਗਲ ਤਾਗ। ਅਗਲਾ ਬਚਨ ਮਰਦ ਨੇ ਸਪਸ਼ਟ ਕਹਿ ਦਿੱਤਾ, ਕਹਿੰਦੇ ਮਾਨਸ ਖਾਣ ਹੈ ਕਰੇ ਨਿਵਾਜ। ਨਮਾਜ਼ਾਂ ਪੜ੍ਹਨ ਵਾਲੇ ਬੰਦਿਆਂ ਨੂੰ ਖਾਂਦੇ ਆ। ਇਹਦਾ ਭਾਵ ਅੰਤਰੀਵ ਭਾਵ ਹੈ ਮਾਨਸ ਖਾਣਾ, ਮਨੁੱਖ ਦਾ ਤਨ ਨਿਚੋੜ ਦੇਣਾ। ਕਿਸੇ ਦਿਹਾੜੀਦਾਰ ਨੇ ਦਿਹਾੜੀ ਲਾਈ, ਪੈਸੇ ਮਾਰ ਲਏ। ਰਿਕਸ਼ੇ ਵਾਲੇ ਦੇ ਰਿਕਸ਼ੇ ਤੇ ਬੈਠੇ, ਮੰਗਦਾ 50 ਸੀ, 20 ਦੇ ਕੇ ਕਹਿੰਦੇ ਚੱਲ ਭਈਆ ਦੀ ਲੂਟ ਬਟਾ ਰਹੀ ਹੈ। ਉਧਰਲੇ ਪਾਸੇ ਫਿਰ ਬੋਲੀ ਹਿੰਦੀ ਪੰਜਾਬੀ ਵਿੱਚ ਚੱਲਦੀ ਹੈ, ਜਦੋਂ ਠੱਗੀ ਮਾਰਦਾ ਹੈ, ਕਹਿੰਦੇ ਲੋਕਾਂ ਨੂੰ ਲੁੱਟਦਾ ਹੈ। ਮਾਨਸ ਖਾਣਾ ਕਰੇ ਨਿਵਾਸ। ਉਹ ਨਮਾਜ਼ ਪੜ੍ਹਦੇ ਅੱਲਾਹੂ ਅਕਬਰ ਕਹਿ ਕੇ, ਰੱਬ ਤੂੰ ਮੇਰਾ ਹੈ, ਤੂੰ ਵੱਡਾ ਹੈ, ਤੂੰ ਸੱਚਾ ਹੈ, ਪਰ ਕਹਿੰਦੇ ਲੋਕਾਂ ਤੋਂ ਟੈਕਸ ਲੈ ਲੈ ਕੇ ਗਰੀਬਾਂ ਦਾ ਲਹੂ ਪੀਣਾ, ਰਿਸ਼ਵਤਾਂ ਲੈਣੀਆਂ। ਮਰਦ ਕਹਿੰਦੇ ਬੰਦਿਆਂ ਦਾ ਖੂਨ ਪੀਣ ਵਾਲਾ ਕੰਮ ਹੈ। ਇੱਕ ਗਰੀਬ ਬੰਦਾ ਵਿਚਾਰੇ ਦੀ ਪਤਾ ਨਹੀਂ ਰੋਟੀ ਚੱਲਦੀ ਹੈ ਜਾਂ ਨਹੀਂ ਚੱਲਦੀ, ਤੇ ਜਦੋਂ ਸਰਕਾਰੀ ਦਫ਼ਤਰ ਜਾਂਦਾ ਉਹ ਕਹਿੰਦੇ ਇੰਨੇ ਪੈਸੇ ਰੱਖਦੇ ਫਾਈਲ ਤੇ 500 ਰੁਪਈਆ ਤਾਂ ਬੋਲੇ ਹੋ ਇਹ ਭੱਜਾ ਕਿਹੜੇ ਲਾ। ਇਹ ਕੀ ਹੈ? ਮਨੁੱਖਾਂ ਦਾ ਖੂਨ। ਮਰਦ ਆਖਦੇ ਆ ਕਹਿੰਦੇ ਮਾਨਸ ਖਾਣਾ ਕਰੇ ਨਿਵਾਸ, ਛੁਰੀ ਵਗਾਇਨ ਤਿਨ ਗਲ ਤਾਗ। ਕਹਿੰਦੇ ਐ ਖੱਤਰੀ ਜੀ ਜਿਹੜੇ ਨਮਾਜ਼ਾਂ ਪੜ੍ਹ ਲੋਕਾਂ ਨੂੰ ਲੁੱਟਦੇ ਆ ਧਰਮ ਦੇ ਨਾਂ ਉੱਤੇ, ਕਹਿੰਦੇ ਉਹ ਗਲ ਤੇ ਛੁਰੀ ਰੱਖਦੇ ਨੇ। ਛੁਰੀ ਰੱਖੀ ਉਹਨਾਂ ਨੇ ਗਲ ਤੇ। ਛੁਰੀ ਕੀ ਹੈ? ਨਾ ਚਾਹੁੰਦੇ ਆ ਗਰੀਬ ਕਹਿੰਦਾ ਜੀ ਮੈਨੂੰ ਟੈਕਸ ਭਰਨਾ ਪੈਂਦਾ, ਨਾ ਚਾਹੁੰਦੇ ਆ ਘਰੇ ਰੋਟੀ ਪੱਕੇ ਨਾ ਪੱਕੇ ਕਹਿੰਦਾ ਜੀ ਮੈਨੂੰ ਰਿਸ਼ਵਤ ਦੇਣੀ ਪੈਣੀ ਹੈ, ਆਹ ਕੰਮ ਵਾਸਤੇ ਪੈਸੇ ਦੇਣੇ ਪੈਣਗੇ। ਸਤਿਗੁਰ ਕਹਿੰਦੇ ਕੀ ਕਰੂਗਾ ਤੁਹਾਡਾ ਧਰਮ? ਤਿੰਨ ਗਲ ਤਾਗ। ਤਾਗ ਨਾਮ ਹੈ ਜਨੇਊ ਦਾ। ਕਹਿੰਦੇ ਆਹ ਕੰਮ ਉਹ ਵੀ ਕਰ ਰਹੇ ਆ। ਹੁਣ ਕਰ ਹੀ ਰਿਹਾ ਸੀ, ਬ੍ਰਾਹਮਣ ਨੂੰ ਕਹਿੰਦਾ ਹੈ ਵੀ ਗਾਂ ਦਾ ਟੈਕਸ ਲੈਣਾ ਆਮ ਪਾਰ ਹੋ। ਮਰਦ ਕਹਿੰਦੇ ਤੂੰ ਗੱਲ ਕੱਢਣ ਲੱਗਾ ਹੋਇਆ, ਆਹ ਗੱਲ ਦੇ ਵਿੱਚ ਤੇਰੀ ਵੀ ਜਨੇਊ ਪਾਇਆ ਤੇ ਪਾਇਆ ਬ੍ਰਾਹਮਣ ਦੇ ਵੀ ਹੈ। ਇੱਥੇ ਨਾ ਸੋਚੋ ਵੀ ਗੁਰੂ ਸਾਹਿਬ ਇਕੱਲੇ ਬ੍ਰਾਹਮਣ ਨੂੰ ਸਮਝਾਉਂਦੇ ਆ, ਇਕੱਲੇ ਖੱਤਰੀ ਨੂੰ ਸਮਝਾਉਂਦੇ ਆ। ਜੇ ਮਰਦ ਨੇ ਇਕੱਲੇ ਖੱਤਰੀ ਨੂੰ ਸਮਝਾਇਆ ਹੁੰਦਾ ਤੇ ਸ਼ਬਦ ਆਸਾ ਜੀ ਕੀ ਬਾਤ ਵਿੱਚ ਰੋਜ਼ ਨਾ ਲਾਏ ਜਾਂਦੇ। ਮਨਾ ਮੇਰਿਆ ਬਿਰਤੀ ਤੇਰੀ ਵੀ ਮਾਨਸ ਖਾਣੀ ਆਖੋ ਸਤਿਨਾਮ। ਕਿੰਨਿਆਂ ਦਾ ਹੱਕ ਮਾਰਦੇ ਅਸੀਂ, ਆਪਣੇ ਤੇ ਸੋਚੀ ਦੂਜੇ ਨੂੰ ਕਿਉਂ ਦੇਖਣਾ ਫਲਾਣਾ ਠੱਗੀ ਮਾਰਦਾ ਉਹ ਅਸੀਂ ਕੀ ਕਰਦੇ। ਅੱਜ ਕਿੰਨਿਆਂ ਨੂੰ ਲੁੱਟਿਆ, ਕਿੰਨਿਆਂ ਨਾਲ ਠੱਗੀ ਕੀਤੀ, ਕਿੰਨਿਆਂ ਨਾਲ ਚਲਾਕੀ ਖੇਡੀ ਹੈ। ਕੀ ਰੱਬ ਸਾਨੂੰ ਵੇਖਦਾ ਜਾਂ ਨਹੀਂ ਵੇਖਦਾ? ਕਿੰਨਿਆਂ ਨੂੰ ਬੁਰਾ ਕਹਿ ਕੇ ਚਾਹ ਪੀਤੀ, ਕਿੰਨਿਆਂ ਨੂੰ ਗਾਲਾਂ ਕੱਢ ਕੇ ਅਸੀਂ ਰਾਤ ਦਾ ਭੋਜਨ ਕੀਤਾ। ਕੀ ਉਹ ਅੱਲਾ ਰੱਬ ਪਰਮਾਤਮਾ ਸਾਨੂੰ ਵੇਖ ਰਹੇ ਹੈ? ਕਿਸ ਗਰੀਬ ਨਾਲ ਮੈਂ ਧੋਖਾ ਕੀਤਾ, ਕਿਹਨੂੰ ਲੁੱਟਿਆ, ਕਿਹਦੇ ਨਾਲ ਰੇਟ ਵੱਧ ਲਾਇਆ। ਮਰਦ ਕਹਿੰਦੇ ਕਿ ਸੋਚਿਆ ਕਰ ਕਦੇ। ਛੁਰੀ ਵਗਾਇਨ ਤਿੰਨ ਗਲ ਤਾਗ। ਕਹਿੰਦੇ ਆ ਤੂੰ ਆਪਣੇ ਹੱਥਾਂ ਦੀ ਛੁਰੀ ਰੱਖੀ ਬੈਠਾ ਵੀ ਤੇਰਾ ਗਲ ਘੋਟ ਦੇਣਾ, ਇੰਨੇ ਪੈਸੇ ਦੇ ਕੀ ਹੋ ਜੂਗਾ। ਕੀਤਾ ਲੋਕਾਂ ਨੇ ਲਾਕਡਾਊਨ ਦੇ ਵਿੱਚ ਕਿਰਾਏਦਾਰਾਂ ਤੋਂ ਕਿਰਾਏ ਨਹੀਂ ਦਿੱਤੇ ਕਿ ਲੋਕਾਂ ਨੇ ਸਮਾਨ ਵੀ ਰੱਖ ਲਿਆ ਤੇਰੇ ਭਾਚਾ। ਉਹ ਕੌਣ ਸੀ? ਮਾਨਸ ਖਾਣੇ, ਜਿਨ੍ਹਾਂ ਨੇ ਕਿਸੇ ਦੀ ਇਨਸਾਨੀਅਤ ਨਹੀਂ ਪਛਾਣੀ ਵੀ ਜੇ ਅੱਜ ਸਾਡੇ ਬੱਚੇ ਘਰ ਬੈਠੇ ਇਹ ਵੀ ਤੇ ਵਿਚਾਰੇ ਅੱਜ ਦੁਖੀ ਨੇ, ਇਹ ਵੀ ਤੇ ਤੰਗ ਨੇ। ਤੇ ਬੜੇ ਲੋਕੋ ਵੀ ਸੀ ਜੀ ਰਾਸ਼ਨ ਲੈ ਕੇ ਗਵਾਂਢੀਆਂ ਨੂੰ ਦਿੰਦੇ ਰਹੇ, ਕਿਰਾਏਦਾਰਾਂ ਨੂੰ ਦਿੰਦੇ ਰਹੇ। ਭਾਈ ਅਸੀਂ ਤੁਹਾਡੇ ਨਾਲ ਕਿਸੇ ਚੀਜ਼ ਦੀ ਲੋੜ ਹੋਵੇ ਤੇ ਦੱਸਿਓ, ਕਿਉਂਕਿ ਉਦੋਂ ਇਨਸਾਨੀਅਤ ਦਾ ਫਿਕਰ ਹੈ। ਤੇ ਉਹ ਵੀ ਸੀ। ਅੱਜ ਆਕਸੀਜਨ ਦੇ ਸਿਲੰਡਰ ਨੇ 500 ਦਾ ਸਿਲੰਡਰ ਅੱਜ 50,000 ਰੈਮਡੀਸਿਵਰ ਨਾਲ ਕੀ ਕੁਝ ਹੁੰਦਾ ਰਿਹਾ, ਚੱਲਦਾ ਸੀ ਨਾ, ਕਾਲਾ ਬਾਜ਼ਾਰੀ ਹੁੰਦੀ ਗਈ ਹੈ। ਇਹ ਕੀ ਹੈ? ਇਸੇ ਨੂੰ ਮਰਦ ਕਹਿੰਦੇ ਮਾਨਸ ਖਾਣੇ। ਇੱਕ ਬੰਦਾ ਸਾਹਾਂ ਨੂੰ ਤੜਫਦਾ ਤੇ ਇੱਕ 2 ਸਿਲੰਡਰ ਲਿਆ ਕੇ ਘਰੇ ਜਮਾ ਕਰੀ ਫਿਰਦਾ, ਜਮਾ ਕੋਈ ਵੀ ਸਾਡਾ ਨਾ ਬਿਮਾਰ ਹੋ ਜਾਵੇ। ਇਹ ਪਾਪ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਗਲ 'ਚ ਜਨੇਊ ਪਾਈ ਫਿਰਦਾ ਖੱਤਰੀਆ ਤੇ ਬ੍ਰਾਹਮਣਾ, ਤੇਰਾ ਭਲਾ ਕਰੇ ਨਹੀਂ ਹੋਣਾ ਆਖੋ ਸਤਿਨਾਮ। ਅਗਲੇ ਅੰਮ੍ਰਿਤ ਬਚਨਾਂ ਦੀ ਆਰੰਭਤਾ ਹੋਈ ਹੈ, ਸਮਾਂ ਬਿਲਕੁਲ ਸਮਾਪਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਬੜਾ ਪਿਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਿਗੁਰ ਕਿਰਪਾ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ 'ਚ, ਕਲਯੁਗੀ ਹਿਰਦਿਆਂ ਸਾਡੇ ਪੱਥਰ ਮਨ ਨੇ, ਕਿਤੇ ਇੱਕ ਸ਼ਬਦ ਵੀ ਅੰਦਰ ਵਸ ਜਾਵੇ ਸਾਡਾ ਸੁਪਨੇ 'ਚ ਉਧਾਰ ਹੋ ਜੇ, ਕਿਤੇ ਸਤ ਸੰਗ ਵਿੱਚ ਬੈਠਿਆਂ ਦਾ ਹੀ ਭਲਾ ਹੋ ਜੇ, ਇੰਨਾ ਹੀ ਕਾਫੀ ਹੈ। ਵਾਹਿਗੁਰੂ ਵਾਹਿਗੁਰੂ।